ਹਨ ਸਾਧ ਸੰਗਤ ਜਿਨ੍ਹਾਂ ਵਾਸਤੇ ਸੰਗਤ ਬਹੁਤ ਜ਼ਿਆਦਾ ਕਨਫਿਊਜ਼ ਹੈ। ਕਈ ਵਾਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਆਪਾਂ ਹੁਣ ਤਾਂ ਗੁਰਤਾ ਗੁਰਗੱਦੀ ਦੇ ਅਖਾੜਾ ਮਨਾਇਆ, ਹੁਣ ਤਾਂ ਆਪਾਂ ਨੇ ਪਹਿਲਾ ਪ੍ਰਕਾਸ਼ ਦੇ ਅਖਾੜਾ ਮਨਾਇਆ, ਜਾਂ ਇਹ ਸੰਪਾਦਨਾ ਦਿਵਸ ਕੀ ਹੁੰਦਾ ਹੈ। ਸਾਧ ਸੰਗਤ ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ। ਹੁਣ ਜਦੋਂ ਤੁਸੀਂ ਉੱਚੇ ਲੈਵਲ ਦੇ ਵਿਦਵਾਨਾਂ ਨੂੰ ਸੁਣਦੇ ਹੋ, ਉਹ ਇਸ ਤਰੀਕੇ ਦੀ ਕਥਾ ਕਰਦੇ ਹਨ ਕਿ ਕਈ ਗੱਲਾਂ ਦਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ, ਨਾ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ, ਨਾ ਉਹਨਾਂ ਦੇ ਪਾਸ ਸਮਾਂ ਹੈ ਕਿ ਤੁਸੀਂ ਉਹਨਾਂ ਦੇ ਨਾਲ ਵਿਚਾਰ ਚਰਚਾ ਕਰ ਸਕੋ। ਇਸੇ ਕਰਕੇ ਆਪਾਂ ਨੇ ਇਹ ਜੋ ਉਪਰਾਲਾ ਕੀਤਾ ਹੋਇਆ ਹੈ, ਇਹ ਉਪਰਾਲਾ ਹੈ YouTube ਚੈਨਲ ਦੇ ਉੱਪਰ ਸੰਤ ਆਸ਼ਰਮ ਮਲੇਸ਼ੀਆ TV ਚੈਨਲ 'ਤੇ ਆਪਾਂ ਹਰ ਰੋਜ਼ ਸ਼ਾਮ ਦੇ ਸਮੇਂ ਘੰਟਾ, ਅੱਧਾ ਘੰਟਾ, 1.5 ਘੰਟਾ, 2 ਘੰਟੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਦੇ ਹਾਂ। ਇਸ ਕਥਾ ਦੌਰਾਨ ਆਪਾਂ ਵਿਚਾਰ ਕਰਦੇ ਹਾਂ, ਜਿਹੜੀਆਂ ਕੋਈ ਗੁੰਝਲਦਾਰ ਗੱਲਾਂ ਹਨ ਜਿਨ੍ਹਾਂ ਦੀ ਸਾਨੂੰ ਸਮਝ ਨਹੀਂ ਪੈਂਦੀ, ਜਿਹੜੀਆਂ ਸਾਨੂੰ ਸਮਝਣ ਦੇ ਵਾਸਤੇ ਬੜੀਆਂ ਮੁਸ਼ਕਲ ਲੱਗਦੀਆਂ ਹਨ। ਇਹ ਆਪਣਾ ਉਪਰਾਲਾ ਹੁੰਦਾ ਹੈ ਕਿ ਆਪਾਂ ਕੋਸ਼ਿਸ਼ ਕਰੀਏ ਕਿ ਸਾਰੀ ਸੰਗਤ ਨੂੰ ਆਪਾਂ ਸਮਝਾ ਸਕੀਏ। ਹੁਣ ਜੋ ਕਿ ਆਪਾਂ ਨੇ ਕੱਲ੍ਹ ਦੇ ਦਿਨ ਮਨਾਇਆ ਹੈ, ਇਸ ਦਾ ਨਾਮ ਹੈ ਪਹਿਲਾ ਪ੍ਰਕਾਸ਼ ਦਿਹਾੜਾ, ਪਹਿਲਾ ਪ੍ਰਕਾਸ਼ ਪੁਰਬ ਕਹਿ ਲਓ। ਸਾਧ ਸੰਗਤ ਪਹਿਲਾ ਹੀ ਕਿਉਂ, ਦੂਜਾ, ਤੀਜਾ, ਚੌਥਾ, ਪੰਜਵਾਂ ਕਿਉਂ ਨਹੀਂ? ਇਹ ਵੀ ਇੱਕ ਵਿਚਾਰ ਕਰਨ ਯੋਗ ਗੱਲ ਹੈ। ਪਹਿਲਾ ਪ੍ਰਕਾਸ਼ ਦਿਹਾੜਾ ਜਦੋਂ ਪਹਿਲੀ ਵਾਰੀ ਗੁਰੂ ਸਾਹਿਬਾਨਾਂ ਨੇ ਗੁਰਬਾਣੀ ਨੂੰ ਗੁਰਤਾ ਗੁਰਗੱਦੀ 'ਤੇ ਬਿਰਾਜਮਾਨ ਕੀਤਾ, ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਤਖਤ 'ਤੇ ਸੁਭਾਏਮਾਨ ਹੋਏ, ਉਸ ਨੂੰ ਪਹਿਲਾ ਪ੍ਰਕਾਸ਼ ਦਿਹਾੜਾ ਕਿਹਾ ਗਿਆ। ਪਹਿਲਾਂ ਗੁਰਬਾਣੀ ਨਹੀਂ ਸੀ, ਪਹਿਲਾਂ ਪ੍ਰਕਾਸ਼ ਨਹੀਂ ਸੀ ਕਰਦੇ। ਪਹਿਲਾਂ ਗੁਰਬਾਣੀ ਕਿੱਥੇ ਸੀ? ਸੜ ਗਿਆ ਹੁਣ, ਉਹਦੀ ਆਵਾਜ਼ ਬਹੁਤ ਉੱਚੀ ਸੀ। ਔਰ ਸਾਧ ਸੰਗਤ ਇਸ ਤਰੀਕੇ ਦੇ ਨਾਲ ਇਹ ਬਚਨ ਆਉਂਦਾ ਹੈ ਕਿ ਸਤਿਗੁਰਾਂ ਦਾ ਪਹਿਲਾ ਪ੍ਰਕਾਸ਼ ਦਿਹਾੜਾ ਸੜ ਗਿਆ ਹੋਣਾ, ਆਵਾਜ਼ ਤਾਂ ਕਿੰਨੀ ਉੱਚੀ ਸੀ। ਇਸ ਤਰੀਕੇ ਸਿਰ ਸਾਧ ਸੰਗਤ ਬਚਨ ਆਉਂਦੇ ਹਨ ਕਿ ਪਹਿਲਾ ਪ੍ਰਕਾਸ਼ ਦਿਹਾੜਾ ਜਾਣਾ ਹੀ ਸੀ। ਆਵਾਜ਼ ਤਾਂ ਕਿੰਨੀ ਉੱਚੀ ਹੈ, ਤੈਨੂੰ ਨਹੀਂ ਪਤਾ, ਮੈਨੂੰ ਪਤਾ। ਔਰ ਸਾਧ ਸੰਗਤ ਇਸ ਤਰੀਕੇ ਸਿਰ ਇਹ ਬਚਨ ਆਉਂਦੇ ਹਨ ਕਿ ਪਹਿਲਾ ਪ੍ਰਕਾਸ਼ ਦਿਹਾੜਾ ਕੀ ਹੈ? ਜਿਸ ਦਿਨ ਸਭ ਗੁਰੂ ਸਾਹਿਬਾਨਾਂ ਦੀ ਬਾਣੀ ਇਕੱਤਰਿਤ ਕਰਕੇ, ਸਭ ਗੁਰੂ ਸਾਹਿਬਾਨਾਂ ਦੀ ਬਾਣੀ, ਭਗਤ ਸਾਹਿਬਾਨਾਂ ਦੀ ਬਾਣੀ, ਭੱਟ ਸਾਹਿਬਾਨਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ, ਸਾਰੀ ਦੀ ਸਾਰੀ ਇਕੱਤਰਿਤ ਕਰਕੇ ਜਦੋਂ ਇੱਕ ਜਗ੍ਹਾ ਦੇ ਉੱਤੇ ਬਾਈਂਡਿੰਗ ਕੀਤੀ ਗਈ, ਉਸ ਦਿਨ ਨੂੰ ਸੰਪਾਦਨਾ ਦਿਵਸ ਕਿਹਾ ਜਾਂਦਾ ਹੈ। ਔਰ ਜਦੋਂ ਪਹਿਲੇ ਦਿਨ ਪਹਿਲੀ ਵਾਰ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕੀਤਾ ਗਿਆ, ਗੁਰਬਾਣੀ ਦਾ ਪ੍ਰਕਾਸ਼ ਕੀਤਾ ਗਿਆ, ਉਦੋਂ ਨਾਮ ਗੁਰੂ ਨਹੀਂ ਸੀ, ਪੋਥੀ ਸਾਹਿਬ ਸੀ। ਔਰ ਧਾਰਮਿਕ ਤੌਰ 'ਤੇ ਗ੍ਰੰਥ ਸ਼ਬਦ ਦੇ ਨਾਲ ਉਚਾਰਨ ਕੀਤਾ ਗਿਆ। ਬਾਬਾ ਬੁੱਢਾ ਜੀ ਨੂੰ ਵੀ ਕਿਹਾ ਗਿਆ ਕਿ ਤੁਸੀਂ ਗ੍ਰੰਥ ਖੋਲ੍ਹੋ ਅਤੇ ਹੁਕਮ ਸੁਣਾਓ। ਔਰ ਉਸ ਵੇਲੇ ਪਹਿਲਾ ਹੁਕਮਨਾਮਾ ਜਿਹੜਾ ਆਇਆ ਸੀ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ।
ਇਹ ਹੁਕਮਨਾਮਾ ਸਾਹਿਬ ਆਇਆ ਸੀ। ਜੇ ਜਰਨਲ ਨੌਲੇਜ ਦੀ ਗੱਲ ਕਰੀਏ, ਅਸੀਂ ਕਹਿੰਦੇ ਆ ਨਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਮੰਨਦੇ। ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦੇ। ਅਸੀਂ ਸਵਾਲ ਪੈਦਾ ਕਰਦੇ ਹਾਂ, ਤੁਸੀਂ ਦੱਸੋ ਗੁਰੂ ਗ੍ਰੰਥ ਸਾਹਿਬ ਦੇ ਅੰਗ ਕਿੰਨੇ, ਰਾਗ ਕਿੰਨੇ, ਅਸ਼ਟਪਦੀਆਂ ਕਿੰਨੀਆਂ, ਪੌੜੀਆਂ ਕਿੰਨੀਆਂ, ਕਿੰਨੀ ਤਰੀਕ ਨੂੰ ਪ੍ਰਕਾਸ਼ ਕੀਤਾ, ਕਿੰਨੀ ਤਰੀਕ ਨੂੰ ਮਹਾਰਾਜ ਨੂੰ ਪਹਿਲਾ ਪ੍ਰਕਾਸ਼ ਦਿਖਾੜਾ ਮਿਲਿਆ, ਗੁਰਤਾ ਗੁਰਗੱਦੀ ਦਿਖਾੜਾ ਕਦੋਂ ਹੋਇਆ, ਪ੍ਰਕਾਸ਼ ਕਰਨ ਵੇਲੇ ਜਦੋਂ ਸੰਪਾਦਨਾ ਹੋਈ ਤਾਂ ਕਿਹਨੇ ਕੀਤੀ, ਲੇਖਕ ਕੌਣ ਸੀ, ਜਦੋਂ ਗੁਰਤਾ ਗੁਰਗੱਦੀ 'ਤੇ ਸੁਭਾਏਮਾਨ ਕੀਤਾ ਉਦੋਂ ਲੇਖਕ ਕੌਣ ਸੀ। ਤੁਸੀਂ ਕਹਿੰਦੇ ਹੋ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਤਾਂ ਇਹਨਾਂ ਸਵਾਲਾਂ ਦੇ ਜਵਾਬ ਦਿਓ। ਕਿਉਂਕਿ ਸਾਧ ਸੰਗਤ ਤੁਸੀਂ ਕੇਵਲ ਮੱਥਾ ਟੇਕਦੇ ਹੋ, ਮੱਥਾ ਟੇਕ ਕੇ ਵਾਪਸ ਚਲੇ ਜਾਂਦੇ ਹੋ। ਤੁਹਾਨੂੰ ਪਤਾ ਨਹੀਂ ਜੋ ਰੁਮਾਲਿਆਂ ਦੇ ਵਿੱਚ ਲਪੇਟਿਆ ਹੋਇਆ ਸੱਚੇ ਪਾਤਸ਼ਾਹ ਦਾ ਸਰੂਪ ਹੈ, ਇਹਦੇ ਵਿੱਚ ਕਿੰਨਾ ਕੁ ਗਿਆਨ ਹੈ, ਇਹ ਸਾਨੂੰ ਨਹੀਂ ਪਤਾ। ਅਸੀਂ ਕੇਵਲ ਮੱਥਾ ਟੇਕਣਾ ਜਾਣਦੇ ਹਾਂ, ਵਾਦ ਵਿਵਾਦ ਕਰਨਾ ਜਾਣਦੇ ਹਾਂ, ਲੜਾਈਆਂ ਕਰਨੀਆਂ ਜਾਣਦੇ ਹਾਂ। ਸਾਡੇ ਬੱਚਿਆਂ ਨੂੰ ਜਪਜੀ ਸਾਹਿਬ ਦਾ ਪਾਠ ਮੂੰਹ ਜ਼ਬਾਨੀ ਨਹੀਂ ਆਉਂਦਾ। 5 ਬਾਣੀਆਂ ਦੇ 9 ਸਾਡੇ ਬੱਚਿਆਂ ਨੂੰ ਨਹੀਂ ਆਉਂਦੇ। ਸਾਧ ਸੰਗਤ ਸਾਨੂੰ ਪੁੱਛਿਆ ਜਾਵੇ, ਜਾਪ ਸਾਹਿਬ, ਚੌਪਈ ਸਾਹਿਬ, ਸਗਲ ਦੁਆਰ ਕੋ ਛਾੜ ਕੇ ਗਏ ਹੋ ਤੁਹਾਰੋ ਦੁਆਰ, ਦੱਸੋ ਗੁਰੂ ਗ੍ਰੰਥ ਸਾਹਿਬ ਦੇ ਕਿਹੜੇ ਅੰਗ 'ਤੇ ਹੈ, ਮਹਾਰ ਦੇ ਵਿੱਚ ਹੈਗਾ ਵੀ ਕਿ ਨਹੀਂ, ਤਾਂ ਤੁਹਾਨੂੰ ਪਤਾ ਨਹੀਂ ਇਸ ਗੱਲ ਦਾ। ਬਹੁਤਿਆਂ ਨੂੰ 90% ਲੋਕਾਂ ਨੂੰ ਪਤਾ ਨਹੀਂ ਇਹਨਾਂ ਗੱਲਾਂ ਦਾ। ਅਸੀਂ ਕੇਵਲ ਲੜਨਾ ਜਾਣਦੇ ਹਾਂ, ਕੇਵਲ ਵਾਦ ਤੇ ਵਿਵਾਦ ਕਰਨਾ ਜਾਣਦੇ ਹਾਂ। ਨਾ ਅਸੀਂ ਪੜ੍ਹੇ ਪੁਰਸ਼ਾਂ ਦੇ ਪਾਸ ਬਹਿੰਦੇ ਹਾਂ। ਸਤਿਗੁਰਾਂ ਦੀ ਬਾਣੀ 'ਚ ਸ਼ਬਦ ਹੈ, ਸੱਤੀ ਪਹਿਰੀ ਸੱਤਖੰਡ ਬਹੀਐ ਪੜ੍ਹਿਆ ਪਾਸ। ਜੇ ਭਾਈ ਤੂੰ ਗਿਆਨ ਪ੍ਰਾਪਤ ਕਰਨਾ ਚਾਹੁੰਦਾ ਹੈ, ਵਿਦਵਾਨਾਂ ਦੀ ਸੰਗਤ ਵਿੱਚ ਬੈਠਿਆ ਕਰ। ਤੈਨੂੰ ਬੈਠਣਾ ਪਏਗਾ ਤਾਂ ਤੈਨੂੰ ਗਿਆਨ ਹੋਏਗਾ। ਜੇਕਰ ਤੂੰ ਗੁਰੂ ਦੀ ਨੌਲੇਜ ਨਹੀਂ ਰੱਖਦਾ, ਗੁਰੂ ਦਾ ਗਿਆਨ ਨਹੀਂ ਰੱਖਦਾ, ਤਾਂ ਤੈਨੂੰ ਕੀ ਪਤਾ ਲੱਗੇਗਾ ਸਾਡੇ ਗੁਰੂ ਦੇ ਵਿੱਚ ਕਿੰਨੇ ਕੁ ਗਿਆਨ ਦੇ ਭੰਡਾਰੇ ਸਮਾਏ ਪਏ ਹਨ, ਕਿੰਨਾ ਕੁ ਗਿਆਨ ਦੇ ਨਾਲ ਲਵਾਲਵ ਭਰਿਆ ਪਿਆ ਹੈ, ਸਾਨੂੰ ਨਹੀਂ ਪਤਾ ਲੱਗੇਗਾ। ਅਸੀਂ ਇਕੱਲੀਆਂ ਲੜਾਈਆਂ ਕਰਨ ਜੋਗੇ, ਕਦੇ ਪ੍ਰਧਾਨ ਬਦਲਤਾ, ਕਦੇ ਗ੍ਰੰਥੀ ਬਦਲਤਾ, ਇਹਨਾਂ ਗੱਲਾਂ ਜੋਗੇ ਰਹਿ ਜਾਵਾਂਗੇ। ਸੋ ਸਾਧ ਸੰਗਤ ਅਸੀਂ ਕਹਿ ਰਹੇ ਸੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੇ 1430 ਅੰਗ ਨੇ ਭਾਈ, ਇਹ ਯਾਦ ਰੱਖਿਓ, ਬੱਚਿਆਂ ਨੂੰ ਯਾਦ ਕਰਾਇਓ। ਜੇ ਹੁਣ ਤੋਂ ਯਾਦ ਕਰਨਗੇ ਤਾਂ ਬੱਚੇ ਕਦੇ ਭੁੱਲ ਨਹੀਂ ਸਕਦੇ। 1430 ਅੰਗ ਨੇ, 31 ਰਾਗਾਂ ਦੇ ਵਿੱਚ ਬਾਣੀ ਹੈ। 31 ਰਾਗ ਨੇ, ਪਹਿਲਾਂ ਰਾਗ ਹੋਣਗੇ, ਫਿਰ 5-5 ਰਾਗਣੀਆਂ ਹੋਣਗੀਆਂ, ਫਿਰ 8-8 ਉਹਨਾਂ ਦੇ ਪੁੱਤਰ ਹੋਣਗੇ। ਇਹਦੇ ਬਾਰੇ ਵੀ ਬਹਿ ਕੇ ਵਿਚਾਰ ਕੀਤੀ ਜਾ ਸਕਦੀ ਹੈ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਕੋਈ ਸ਼ਬਦ ਛੱਡਿਆ ਨਹੀਂ, ਸਭ ਸਵਾਲਾਂ ਦੇ ਜਵਾਬ ਦੇ ਦਿੱਤੇ ਹਨ। ਰਾਗ 1 ਸੰਗ ਪੰਚ ਬਰੰਗਨ ਸੰਗ ਅਲਾਪੈ ਆਠੋ ਨੰਦਨ। ਇੱਕ ਰਾਗ ਹੈ, 5-5 ਰਾਗਣੀਆਂ ਹਨ ਔਰ 8-8 ਉਹਨਾਂ ਦੇ ਪੁੱਤਰ ਹਨ। ਸਾਧ ਸੰਗਤ ਇਹਨਾਂ ਸਾਰਿਆਂ ਦਾ ਵੀ ਜੋੜ ਕੀਤਾ ਜਾ ਸਕਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਮੂਲ ਰੂਪ ਦੇ ਵਿੱਚ 31 ਰਾਗ ਹਨ। ਸਾਧ ਸੰਗਤ ਜੀ, ਜੇ ਸ਼ਬਦਾਂ ਦੀ ਗੱਲ ਕਰੀਏ, ਕੱਲੇ ਕੱਲੇ ਗੁਰੂ ਨੇ ਜਿਹੜਾ ਸ਼ਬਦ ਉਚਾਰਨ ਕੀਤਾ, ਜਿਵੇਂ ਤੁਸੀਂ ਕਦੇ ਪੜ੍ਹਦੇ ਹੋ, ਥਿਰ ਕਰ ਵੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ, ਇਹ ਸ਼ਬਦ ਹੈ। ਕਦੇ ਕਦੇ ਪੜ੍ਹਦੇ ਹੋ, ਚਤੁਰਦਿਸ਼ਾ ਕੀਨੋ ਵੱਲ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ, ਇਹ ਸ਼ਬਦ ਹੈ। ਕਦੇ ਕਦੇ ਤੁਸੀਂ ਪੜ੍ਹਦੇ ਹੋ, ਔਖੀ ਘੜੀ ਨਾ ਦੇਖਣ ਦੀ ਆਪਣਾ ਬਿਰਦ ਸੰਭਾਲੇ, ਇਹ ਸ਼ਬਦ ਨੇ। ਜੇ ਤੁਸੀਂ ਇਕੱਲੇ ਇਕੱਲੇ ਸ਼ਬਦ ਦੀ ਗਿਣਤੀ ਕਰਨ ਲੱਗੋਗੇ ਤਾਂ 2026 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ 'ਚ। ਇਕੱਲੇ ਸ਼ਬਦਾਂ ਬਾਰੇ ਅਸੀਂ ਦੱਸਣਾ ਕੀਤਾ ਹੈ। ਜੇ ਅਸ਼ਟਪਦੀਆਂ ਦਾ ਜ਼ਿਕਰ ਕਰੀਏ, ਇੱਕ ਰਾਗ ਹੁੰਦਾ ਹੈ। ਰਾਗ 'ਚ ਪਹਿਲਾਂ ਗੁਰੂ ਨਾਨਕ ਦੀ ਬਾਣੀ ਆਉਂਦੀ ਹੈ। ਗੁਰੂ ਅੰਗਦ ਦੇਵ ਜੀ ਦੀ ਬਾਣੀ ਰਾਗ ਵਿੱਚ ਨਹੀਂ ਆਉਂਦੀ। ਉਹਨਾਂ ਨੇ ਰਾਗਾਂ ਵਿੱਚ ਉਚਾਰਨ ਨਹੀਂ ਕੀਤੀ। ਉਹਨਾਂ ਨੇ ਸ਼ਲੋਕ, ਮਹੱਲੇ, ਪੌੜੀਆਂ ਦੇ ਵਿੱਚ
ਸ਼ਲੋਕ ਅਤੇ ਸ਼ਲੋਕ ਮਹੱਲਾ ਵਿੱਚ ਉਚਾਰਨ ਕੀਤੀ ਹੈ। ਮਹਾਰਾਜ ਜੀ ਦੇ ਕੇਵਲ 63 ਸ਼ਲੋਕ ਹੀ ਹਨ, ਸਾਧ ਸੰਗਤ ਤੇ ਹੀ ਉਚਾਰਨ ਕੀਤੀ ਹੋਈ ਹੈ। ਔਰ ਜੇਕਰ ਤੁਸੀਂ ਅੱਗੇ ਪੜ੍ਹਦੇ ਹੋ, ਤੀਸਰੇ ਚੌਥੇ ਪੰਚਮ ਪਾਤਸ਼ਾਹ ਦੀ ਬਾਣੀ ਆਉਂਦੀ ਹੈ, ਨਾਵੇਂ ਪਾਤਸ਼ਾਹ ਦੀ ਬਾਣੀ ਆਉਂਦੀ ਹੈ, ਫਿਰ ਅਸ਼ਟਪਦੀਆਂ ਆਉਂਦੀਆਂ ਹਨ, ਫਿਰ ਛੰਤ ਆਉਂਦੇ ਹਨ, ਫਿਰ ਭਗਤਾਂ ਦੀ ਬਾਣੀ ਆਉਂਦੀ ਹੈ। ਜੇਕਰ ਕੋਈ ਖਾਸ ਬਾਣੀ ਉਚਾਰਨ ਕੀਤੀ, ਜਿਵੇਂ ਦੱਖਣੀ ਓਂਕਾਰ ਦੀ ਗੱਲ ਕਰ ਲਓ, ਸਿੱਧ ਗੋਸ਼ਟ ਦੀ ਬਾਣੀ ਦੀ ਗੱਲ ਕਰ ਲਓ, ਤੁਸੀਂ ਸੁਖਮਨੀ ਸਾਹਿਬ ਦੀ ਗੱਲ ਕਰ ਲਓ, ਜਿੱਥੇ ਕਿਤੇ ਵਿਸ਼ੇਸ਼ ਬਾਣੀ ਉਚਾਰਨ ਕੀਤੀ ਗਈ ਹੈ, ਪਹਿਲਾਂ ਉਹ ਆਏਗੀ, ਫਿਰ ਉਸ ਤੋਂ ਬਾਅਦ ਵਿੱਚ ਵਾਰ ਆਏਗੀ, ਵਾਰ ਵਿੱਚ ਪਹਿਲੇ ਦੂਜੇ ਤੀਜੇ ਚੌਥੇ ਇਸ ਤਰ੍ਹਾਂ ਪਾਤਸ਼ਾਹ ਦੀ ਬਾਣੀ ਆਏਗੀ, ਫਿਰ ਵਾਰ ਸਮਾਪਤ ਹੋਣ ਤੋਂ ਬਾਅਦ ਭਗਤਾਂ ਦੀ ਬਾਣੀ ਆਏਗੀ। ਭਗਤਾਂ ਦੀ ਬਾਣੀ ਦੇ ਵਿੱਚ ਸਭ ਤੋਂ ਪਹਿਲਾਂ ਭਗਤ ਕਬੀਰ ਜੀ ਦੀ ਬਾਣੀ ਆਏਗੀ। ਸਾਧ ਸੰਗਤ ਇਸ ਤਰੀਕੇ ਨਾਲ ਬਾਣੀ ਦਾ ਵੇਰਵਾ ਹੈ। ਜਿਉਂ-ਜਿਉਂ ਤੁਸੀਂ ਬਾਣੀ ਪੜ੍ਹਦੇ ਜਾਓਗੇ, ਕੱਲ੍ਹ ਤੁਸੀਂ ਸਾਰੇ ਗੁਰਦੁਆਰੇ ਗਏ ਹੋਵੋਗੇ, ਸੰਗਰਾਂਦ ਵਾਲੇ ਦਿਨ ਜਾ ਕੇ ਮੱਥਾ ਟੇਕਿਆ ਹੋਏਗਾ, ਨਤਮਸਤਕ ਹੋਏ ਹੋਵੋਗੇ, ਉੱਥੇ ਕਹਿੰਦੇ ਹੋਣਗੇ ਪਹਿਲਾ ਪ੍ਰਕਾਸ਼ ਦਿਖਾੜਾ। ਤੁਹਾਨੂੰ ਉਹਦੇ ਤੱਕ ਕੋਈ ਮਤਲਬ ਨਹੀਂ ਸੀ ਪਹਿਲਾ ਪ੍ਰਕਾਸ਼ ਦਿਖਾੜਾ ਕੀ ਹੁੰਦਾ। ਤੁਸੀਂ ਗ੍ਰੰਥੀ ਨੂੰ ਪੁੱਛੋ ਵੀ ਇਹ ਜੀ ਪਹਿਲਾ ਪ੍ਰਕਾਸ਼ ਦਿਖਾੜਾ ਕੀ ਹੁੰਦਾ, ਉਹ ਤੁਹਾਨੂੰ ਵੱਡਾ ਸਾਰਾ ਗੱਫਾ ਭਰ ਕੇ ਦਊ, ਤੂੰ ਪ੍ਰਸ਼ਾਦ ਛਕ, ਤੂੰ ਇਹਨਾਂ ਗੱਲਾਂ ਤੋਂ ਕੀ ਲੈਣਾ। ਸਾਧ ਸੰਗਤ ਜੀ ਨੂੰ ਪਤਾ ਹੋਊਗਾ ਉਹੀ ਸਾਨੂੰ ਦੱਸੇਗਾ। ਜਿਹਨੂੰ ਆਪ ਨੂੰ ਨਹੀਂ ਪਤਾ ਉਹ ਤਾਂ ਕਹਿਣਗੇ ਅੱਜ ਸਾਨੂੰ 3500 ਤੇ ਰੱਖਿਆ, ਕੱਲ੍ਹ ਨੂੰ 4000 ਕਰ ਦਿਓ, ਅੱਜ 4000 ਤੇ ਰੱਖਿਆ, ਕੱਲ੍ਹ ਨੂੰ 6000 ਕਰ ਦਿਓ, ਅੱਜ 6000 ਤੇ ਰੱਖਿਆ, ਕੱਲ੍ਹ ਨੂੰ 10000 ਕਰ ਦਿਓ। ਉਹ ਤੁਹਾਤੋਂ ਕੇਵਲ ਤਨਖਾਹ ਮੰਗਣਗੇ। ਤੁਸੀਂ ਕਹੋ ਸਾਡੇ ਜਵਾਕਾਂ ਨੂੰ ਸੰਥਿਆ ਕਰਵਾਇਆ ਕਰ ਭਾਈ ਸਾਹਿਬ ਜੀ, ਉਹ ਕਹੂਗਾ ਅਲੱਗ ਤੋਂ ਪੈਸੇ ਦੇ ਦਿਓ, ਕਰਾ ਦੂੰਗਾ। ਤੁਸੀਂ ਕਹੋਗੇ ਕੀਰਤਨ ਸਿਖਾ ਦਿਓ, ਉਹ ਕਹੂਗਾ ਮੈਨੂੰ ਆਪ ਨੂੰ ਕੀਰਤਨ ਨਹੀਂ ਆਉਂਦਾ, ਮੈਂ ਕੀ ਸਿਖਾਵਾਂ। ਤੁਸੀਂ ਗੁਰਦੁਆਰੇ ਦੇ ਗ੍ਰੰਥੀ ਦੀ ਗੱਲ ਕਰਦੇ ਹੋ ਨਾ। ਇਸ ਤਰੀਕੇ ਸਿਰ ਸਾਧ ਸੰਗਤ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹੋ, ਅਤਿਅੰਤ ਵਿਦਵਤਾ ਭਰਪੂਰ ਗੱਲਾਂ ਨੇ ਜਿਹੜੀਆਂ ਬੜੇ ਲੰਮੇ ਸਮੇਂ ਦੇ ਵਾਸਤੇ ਕੀਤੀਆਂ ਜਾ ਸਕਦੀਆਂ ਨੇ। ਸੱਚੇ ਪਾਤਸ਼ਾਹ ਦੇ ਵਿੱਚ ਅਸੀਂ ਦੱਸ ਰਹੇ ਸੀ 31 ਰਾਗ ਨੇ, 2026 ਸ਼ਬਦ ਨੇ, ਇਹ 303 ਅਸ਼ਟਪਦੀਆਂ ਨੇ। ਇੱਕ ਰਾਗ ਹੁੰਦਾ ਹੈ, ਰਾਗ ਦੇ ਵਿੱਚ ਅਸ਼ਟਪਦੀਆਂ ਆਉਂਦੀਆਂ ਨੇ। ਅਸ਼ਟਪਦੀ ਦਾ ਮਤਲਬ ਹੁੰਦਾ ਜਿਹਦੇ 'ਚ 8-8 ਪੈਰਾਗ੍ਰਾਫ ਆਉਂਦੇ ਹੁੰਦੇ ਹਨ। ਜਿਵੇਂ ਸੁਖਮਨੀ ਸਾਹਿਬ ਦੇ ਵਿੱਚ 8-8 ਪਦੇ ਆਉਂਦੇ ਹਨ, ਅਸ਼ਟਪਦੀ ਉਹਨੂੰ ਕਹਿੰਦੇ ਹਾਂ। ਅਸ਼ਟਪਦੀ, ਪਦੀ ਮੈਨੇ ਪੈਰਾਗ੍ਰਾਫ, ਇੱਕ ਪਦਾ। ਕਿਤੇ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 2 ਪਦੇ ਆਉਂਦੇ ਹਨ। ਸ਼ਬਦ ਸ਼ੁਰੂ ਹੋ ਗਿਆ, ਸਾਧ ਸੰਗਤ, ਇੱਕ ਰਹਾਉ ਵਾਲੀ ਲਾਈਨ ਆ ਗਈ, ਉਸ ਤੋਂ ਅੱਗੇ ਇੱਕ ਨੰਬਰ, 2 ਨੰਬਰ 'ਤੇ ਸ਼ਬਦ ਸਮਾਪਤ ਹੋ ਗਿਆ। ਉਹਦੇ ਵਿੱਚ 2-2 ਪੈਰੇ ਆਉਣਗੇ। ਉਹਨੂੰ ਸਾਧ ਸੰਗਤ ਜੀ 2 ਪਦੇ ਕਿਹਾ ਜਾਂਦਾ ਹੈ। ਇੱਕ ਆਵੇਗਾ ਤਿਪਦੇ, ਉਹਦੇ 'ਚ 3-3 ਨੰਬਰ, 3-3 ਪੈਰੇ ਆਉਣਗੇ, ਸ਼ਬਦ ਸਮਾਪਤ। ਇੱਕ ਚੌਪਦੇ ਆਉਣਗੇ ਜਿਹਦੇ ਵਿੱਚ 4-4 ਪੈਰਾਗ੍ਰਾਫ ਆਉਣਗੇ, ਸ਼ਬਦ ਸਮਾਪਤ। ਇੱਕ ਦੇ ਵਿੱਚ 8-8 ਆਉਣਗੇ। ਕੱਲਾ ਰਾਗ ਮਾਰੂ ਸੋਲਖੇ ਜਦੋਂ ਤੁਸੀਂ ਪੜ੍ਹਦੇ ਹੋ ਨਾ, ਜੇ ਤੁਸੀਂ ਉਹਦੇ ਵਿੱਚ ਬਾਣੀ ਪੜ੍ਹਦੇ ਹੋ, ਉੱਥੇ ਦੀ ਗੱਲ ਹੈ। ਜਦੋਂ ਤੁਸੀਂ ਰਾਗ ਮਾਰੂ ਬਾਣੀ ਦੇ ਵਿੱਚ ਮਾਰੂ ਸੋਲਖੇ ਪੜ੍ਹਦੇ ਹੋ, ਉੱਥੇ ਜਾ ਕੇ ਇਹ ਸਾਰਾ ਨਿਯਮ ਖਤਮ ਹੋ ਜਾਂਦਾ ਹੈ। ਉੱਥੇ 8 ਤੇ ਨਹੀਂ ਰਹਿੰਦੀ ਗੱਲ। ਉਹ ਸਾਧ ਸੰਗਤ ਜੀ ਅੱਗੇ ਉਹਦੇ ਵਿੱਚ 21, 22, 25, 26 ਤੱਕ ਵੀ ਅਸ਼ਟਪਦੀਆਂ ਚੱਲੀਆਂ ਜਾਂਦੀਆਂ ਹਨ। ਹਾਂ, ਜਦੋਂ ਤੁਸੀਂ ਰਾਗ ਸੂਹੀ ਪੜ੍ਹਦੇ ਹੋ ਤੇ ਸੂਹੀ ਦੇ ਵਿੱਚ ਵੀ 8 ਤੇ ਨਹੀਂ ਰੁਕਦਾ ਕੰਮ। ਉਹਦੇ ਵਿੱਚ ਵੀ ਜਿੱਥੇ ਉਹ ਸ਼ਬਦ ਆਉਂਦਾ ਪਨ ਸੁਪਾਰੀ ਖਾਤੀਆ ਮੁੱਖ ਬੀੜੀਆਂ ਲਾਈਆਂ, ਉਹਦੀ ਗੱਲ ਚੱਲਦੀ ਹੈ ਸਾਧ ਸੰਗਤ। ਜਦੋਂ ਉਹ ਤੁਸੀਂ ਪੜ੍ਹੋਗੇ ਉਹ ਵੀ 8 ਤੋਂ ਵੱਧ ਪਦੇ ਆਉਂਦੇ ਹਨ। ਕਹਿਣ ਤੋਂ ਭਾਵ ਕਿ ਜਿਹਦੇ ਵਿੱਚ 2 ਪੈਰੇ ਹਨ ਉਹ 2 ਪਦੇ, ਜਿਹਦੇ 'ਚ 3 ਪੈਰੇ ਹਨ ਉਹ ਤਿਪਦੇ, ਜਿਹਦੇ 'ਚ 4 ਪੈਰੇ ਦਾ ਸ਼ਬਦ ਹੈ ਚੌਪਦੇ, ਜਿਹਦੇ 'ਚ 8-8 ਪੌੜੀਆਂ ਆਉਂਦੀਆਂ, ਪੈਰੇ ਆਉਂਦੇ ਹਨ, 1 ਨੰਬਰ, 2 ਨੰਬਰ, 3 ਨੰਬਰ, 8 ਤੇ ਜਾ ਕੇ ਸਮਾਪਤ, ਉਹਨੂੰ ਅਸ਼ਟਪਦੀ ਕਿਹਾ ਜਾਂਦਾ। ਪੁਰਾਣੇ ਜਿਹੜੇ ਵਿਦਵਾਨ ਸੰਤ ਹੁੰਦੇ ਸੀ ਨਾ, ਉਹ ਸੁਖਮਨਾ ਪੜ੍ਹਦੇ ਹੁੰਦੇ ਸੀ। ਅਸੀਂ ਸੁਖਮਨੀ ਸਾਹਿਬ ਪੜ੍ਹਦੇ ਹਾਂ। ਪੁਰਾਣੇ ਵਿਦਵਾਨ ਮਹਾਂਪੁਰਸ਼ ਸੁਖਮਨਾ ਸਾਹਿਬ ਪੜ੍ਹਦੇ ਸੀ। ਉਹਦਾ ਮਤਲਬ ਸੀ 8 ਰਾਗਾਂ ਦੇ ਵਿੱਚ ਇੱਕ ਇਸ ਤਰੀਕੇ ਨਾਲ ਅਸ਼ਟਪਦੀਆਂ ਉਚਾਰਨ ਕੀਤੀਆਂ ਹੋਈਆਂ ਨੇ
8 ਰਾਗਾਂ ਦੇ ਵਿੱਚ 8-8 ਪਦਿਆਂ ਵਾਲੇ ਹੀ ਸ਼ਬਦ ਨੇ। ਉਹਨਾਂ ਨੂੰ ਅਲੱਗ ਕੱਢ ਲਿਆ ਗਿਆ। ਉਹਨਾਂ ਨੂੰ ਅਲੱਗ ਕੱਢ ਕੇ ਸਾਧ ਸੰਗਤ ਪ੍ਰਿੰਟ ਕਰਕੇ ਇੱਕ ਗੁਟਕਾ ਬਣਾਇਆ ਗਿਆ। ਉਹਦੇ 'ਤੇ ਲਿਖਿਆ ਗਿਆ ਸੁਖਮਨਾ। ਜਿਵੇਂ ਤੁਸੀਂ ਸੁਖਮਨੀ ਸਾਹਿਬ ਪੜ੍ਹਦੇ ਹੋ, ਅਲੱਗ ਗੁਟਕਾ ਸਾਹਿਬ ਬਣ ਗਿਆ। ਕੋਈ ਦੱਖਣੀ ਓਂਕਾਰ ਪੜ੍ਹਦਾ ਹੈ, ਅਲੱਗ ਗੁਟਕਾ ਸਾਹਿਬ ਬਣ ਗਿਆ। ਕੋਈ ਸਿੱਧ ਗੋਸ਼ਟ ਪੜ੍ਹਦਾ ਹੈ, ਅਲੱਗ ਗੁਟਕਾ ਸਾਹਿਬ ਬਣ ਗਿਆ। ਕੋਈ 4 ਲਾਵਾਂ ਦਾ ਪਾਠ ਕਰਦਾ ਹੈ, ਅਲੱਗ ਗੁਟਕਾ ਸਾਹਿਬ ਬਣ ਗਿਆ। ਕੋਈ ਸਵਈਏ ਪੜ੍ਹਦਾ ਹੈ, ਅਲੱਗ ਗੁਟਕਾ ਸਾਹਿਬ ਬਣ ਗਿਆ। ਕੋਈ ਸ਼ਲੋਕ ਮਹੱਲਾ ਨਾਵਾਂ ਪੜ੍ਹਦਾ ਹੈ, ਅਲੱਗ ਗੁਟਕਾ ਸਾਹਿਬ ਬਣ ਗਿਆ। ਕੋਈ ਕਬੀਰ ਦੇ ਫਰੀਦ ਦੇ ਅਲੱਗ-ਅਲੱਗ ਸ਼ਲੋਕ ਪੜ੍ਹਦਾ ਹੈ, ਅਲੱਗ ਗੁਟਕਾ ਸਾਹਿਬ ਬਣ ਗਿਆ। ਇਵੇਂ ਕਿਵੇਂ ਉਹਨਾਂ ਮਹਾਂਪੁਰਸ਼ਾਂ ਨੇ ਵਿਦਿਆ ਮਾਰਤੰਡ, ਧੰਨ ਧੰਨ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਨੇ ਸਾਧ ਸੰਗਤੀ ਦਾ ਵਿਸ਼ਲੇਸ਼ਣ ਕੀਤਾ ਹੈ ਕਿ ਸੁਖਮਨਾ ਕੀ ਹੁੰਦਾ ਹੈ, ਸੁਖਮਨੀ ਕੀ ਹੁੰਦਾ ਹੈ। ਸਾਧ ਸੰਗਤ ਅਸੀਂ ਦੱਸ ਰਹੇ ਸੀ 145 ਛੰਤ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ। 22 ਵਾਰਾਂ ਹਨ, ਹਰ ਇੱਕ ਰਾਗ ਦੇ ਮਗਰ ਵਾਰ ਆਉਂਦੀ ਹੈ। 31 ਰਾਗਾਂ 'ਚ ਨਹੀਂ ਆਉਂਦੀ, ਕੇਵਲ 22 ਰਾਗਾਂ ਦੇ ਵਿੱਚ ਹੀ ਵਾਰਾਂ ਆਉਂਦੀਆਂ ਨੇ। ਉਹਨਾਂ ਨੂੰ 22 ਵਾਰਾਂ ਕਿਹਾ ਜਾਂਦਾ ਹੈ। ਸਾਧ ਸੰਗਤ ਜਦੋਂ ਪੁਰਾਣੇ ਜ਼ਮਾਨੇ, ਹੁਣ ਤਾਂ 10ਵੀਂ ਫੇਲ ਪਾਠੀ ਬਣ ਗਿਆ, 5ਵੀਂ ਫੇਲ ਪਾਠੀ ਬਣ ਗਿਆ। ਜਦੋਂ ਅਸੀਂ ਸੰਥਿਆ ਕਰਦੇ ਹੁੰਦੇ ਸੀ ਸਾਧ ਸੰਗਤ, ਪਹਿਲਾਂ ਸਾਨੂੰ 5 ਗ੍ਰੰਥੀ ਪੜ੍ਹਾਈ ਜਾਂਦੀ ਹੁੰਦੀ, ਉਸ ਤੋਂ ਬਾਅਦ ਵਿੱਚ ਸਾਨੂੰ 22 ਵਾਰਾਂ ਪੜ੍ਹਾਈ ਜਾਂਦੀ ਹੁੰਦੀ, ਉਸ ਤੋਂ ਬਾਅਦ ਸਾਨੂੰ ਭਗਤਾ ਬਾਣੀ ਪੜ੍ਹਾਈ ਜਾਂਦੀ ਹੁੰਦੀ, ਫਿਰ ਸਾਨੂੰ ਪਹਿਲੀ ਸੈਂਚੀ ਪਹਿਲਾ ਭਾਗ ਸ਼ੁਰੂ ਕੀਤਾ ਜਾਂਦਾ। ਫਿਰ ਅਸੀਂ ਇੱਕ ਅੰਗ ਉਸਤਾਦ ਕੋਲ ਪੜ੍ਹਦੇ। ਇੱਕ ਅੰਗ ਜਦੋਂ ਪੜ੍ਹ ਲਿਆ ਅਸੀਂ 25 ਵਾਰੀ ਪਕਾਉਂਦੇ, ਫਿਰ ਅਸੀਂ ਜਾ ਕੇ ਉਸਤਾਦ ਨੂੰ ਸੁਣਾਉਂਦੇ। ਜੇ 25 ਵਾਰੀ ਪੜ੍ਹੇ ਹੋਏ ਤੇ ਉਸਤਾਦ ਨੂੰ ਜਾ ਕੇ ਇੱਕ ਵਾਰੀ ਸੁਣਾਇਆ, ਇੱਕ ਅੰਗ ਦੇ ਵਿੱਚੋਂ 5 ਗਲਤੀਆਂ ਨਿਕਲ ਆਈਆਂ, 25 ਵਾਰੀ ਸਾਨੂੰ ਦੁਬਾਰਾ ਫੇਰ ਪੜ੍ਹਨਾ ਪੈਂਦਾ। ਹੁਣ ਆਪਦੇ ਜਵਾਕਾਂ ਨੂੰ ਪੜ੍ਹਾ ਕੇ ਦੇਖ ਲਓ, ਉਹਨਾਂ ਨੂੰ ਤੁਸੀਂ ਜਪਜੀ ਸਾਹਿਬ ਕਹੋ ਵੀ ਦੂਜੀ ਵਾਰ ਪੜ੍ਹ ਕੇ ਦਿਖਾ, ਜੇ ਪੜ੍ਹ ਗਏ ਤਾਂ ਕਹਿ ਦਿਓ। ਸਾਧ ਸੰਗਤ ਕਹਿਣ ਤੋਂ ਭਾਵ ਕਿ ਅੱਜ ਦੇ ਜਵਾਕਾਂ ਨੂੰ ਤੁਸੀਂ 5 ਪੌੜੀਆਂ ਨਹੀਂ ਪੜ੍ਹਾ ਸਕਦੇ। ਜੇ ਤੁਸੀਂ ਪੜ੍ਹਾਓਗੇ ਅੱਕ ਜੂ, ਥੱਕ ਜੂ, ਕਦੇ ਪਾਣੀ ਮੰਗੂ, ਕਦੇ ਲੱਤਾਂ ਸਿੱਧੀਆਂ ਕਰੂ, ਕਦੇ ਉੱਠ ਕੇ ਭੱਜੋ। ਤੁਸੀਂ ਹਾੜੇ ਕੱਢੋਗੇ, ਤੁਸੀਂ ਮਿੰਨਤਾਂ ਕਰੋਗੇ ਤਾਂ ਤੁਹਾਡੇ ਜਵਾਕ ਸਾਧ ਸੰਗਤ ਬਾਣੀ ਪੜ੍ਹਨ ਵਾਸਤੇ ਤਿਆਰ ਹੁੰਦੇ ਹਨ। ਵੈਸੇ ਤਾਂ ਬਾਣੀ ਪੜ੍ਹਦੇ ਹੀ ਨਹੀਂ, ਪਰ ਜੇ ਪੜ੍ਹਦੇ ਹਨ ਤੁਹਾਨੂੰ 100 ਲਾਲਚ ਦੇਣਾ ਪੈਂਦਾ ਹੈ, ਫਿਰ ਕਿਤੇ ਜਾ ਕੇ ਬਾਣੀ ਪੜ੍ਹਦੇ ਹਨ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਹ ਜੋ ਬਾਣੀ ਦੀ ਆਪਾਂ ਵਿਚਾਰ ਕਰ ਰਹੇ ਹਾਂ, 471 ਪੌੜੀਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ। 400, ਜਿਵੇਂ ਤੁਸੀਂ ਆਸਾ ਦੀ ਵਾਰ ਪੜ੍ਹਦੇ ਹੋ, ਇਹ ਵਾਰ ਹੈ, ਆਸਾ ਦੀ ਵਾਰ ਹੈ। ਇਸ ਤਰ੍ਹਾਂ ਦੀਆਂ ਵਾਰਾਂ 22 ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਜਿਹੜੀ ਤੁਸੀਂ ਲਾਸਟ ਪੌੜੀ ਪੜ੍ਹਦੇ ਹੋ, ਆਪੀ ਨੇ ਭੋਗ ਭੋਗ ਕਹਿ ਕੋਈ ਭਸਮੜ ਭੌਰ ਸਧਾਇਆ ਵੱਡਾ ਹੁਆ ਦੁਨੀਦਾਰ, ਇਹ ਪੌੜੀ ਹੈ। ਜਿਵੇਂ ਆਪਾਂ ਪੜ੍ਹਦੇ ਹਾਂ, ਨਾਉ ਤੇਰਾ ਨਿਰੰਕਾਰ ਹੈ, ਨਾ ਲਈਏ ਨਰਕ ਨਾ ਜਾਈਏ, ਜੀਓ ਪਿੰਡ ਸਭ ਤਿਸ ਦਾ ਦੇਖਾ ਜੇ ਆਖ ਗਵਾਈਏ, ਇਹ ਪੌੜੀ ਹੈ। ਇਸ ਤਰ੍ਹਾਂ ਦੀਆਂ ਜਿਹੜੀਆਂ ਪੌੜੀਆਂ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 471 ਪੌੜੀਆਂ ਨੇ। ਸਾਧ ਸੰਗਤ ਸ਼ਲੋਕ, ਜਿਹੜਾ ਤੁਸੀਂ ਕਹਿੰਦੇ ਹੋ ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਇਸ ਤਰ੍ਹਾਂ ਦੇ ਜਿਹੜੇ ਸ਼ਲੋਕ ਨੇ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ 664 ਸ਼ਲੋਕ ਨੇ। 664 664 ਸ਼ਲੋਕ ਨੇ। ਤੁਸੀਂ ਕਹਿ ਦਿੰਦੇ ਹੋ ਉਹ ਮੈਨੂੰ ਇੱਕ ਸ਼ਲੋਕ ਆਉਂਦਾ, ਉਹ ਮੈਨੂੰ ਇੱਕ ਹੋਰ ਸ਼ਲੋਕ ਆਉਂਦਾ। ਇੱਕ ਇੱਕ ਦੋ ਦੋ ਦੀ ਗੱਲ ਨਹੀਂ ਸਾਧ ਸੰਗਤ, ਜੇ ਤੁਸੀਂ ਡੀਪ ਤੱਕ ਜਾ ਕੇ ਦੇਖੋ ਤਾਂ ਇਹ ਗੱਲਾਂ ਬਣਦੀਆਂ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 6 ਗੁਰੂਆਂ ਦੀ ਬਾਣੀ ਹੈ। ਪਹਿਲੀਆਂ 5 ਪਾਤਸ਼ਾਹੀਆਂ, ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ। 5 ਪਾਤਸ਼ਾਹੀਆਂ। 6ਵੀਂ 7ਵੀਂ 8ਵੀਂ ਪਾਤਸ਼ਾਹੀ ਨੇ ਬਾਣੀ ਉਚਾਰਨ ਨਹੀਂ ਕੀਤੀ। ਫਿਰ 9ਵੀਂ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਉਹਨਾਂ ਦੀ ਬਾਣੀ ਦਰਜ ਹੈ। 10ਵੇਂ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ। ਏਡਾ ਹੀ ਵੱਡਾ, ਜਿੱਡੇ ਵੱਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਕਾਰ ਹੈ, ਇੰਨਾ ਹੀ ਵੱਡਾ ਸਰੂਪ ਉਹਨਾਂ ਨੇ ਉਚਾਰਨ ਕੀਤਾ। ਸਾਧ ਸੰਗਤ ਉਸ ਨੂੰ 10ਮ ਗ੍ਰੰਥ ਕਿਹਾ ਜਾਂਦਾ ਹੈ, 10ਮ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਹਾ ਜਾਂਦਾ ਹੈ। ਕਈ ਲੋਕਾਂ ਨੇ ਇਹਦੇ 'ਤੇ ਵਿਵਾਦ ਪਾ ਦਿੱਤਾ ਕਿ ਇਸ ਨੂੰ 10ਮ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਉਂ ਕਿਹਾ ਗਿਆ। ਮੂਰਖ ਲੋਕਾਂ ਨੂੰ ਪਤਾ ਨਹੀਂ
ਦਸਮ ਦਾ ਮਤਲਬ ਹੈ 10ਵੇਂ ਪਾਤਸ਼ਾਹ ਦਾ, ਸ਼੍ਰੀ ਗੁਰੂ 10ਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਗ੍ਰੰਥ। ਅਰਥ ਇਹ ਬਣਦੇ ਸੀ, ਬਣਾ ਲਿਆ ਕਿ ਇਹ ਉਹ 10ਵਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ, ਇਹ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ। ਅਰਥਾਂ ਦੇ ਵਿੱਚ ਵੀ ਘੱਟ ਪੜ੍ਹੇ ਲਿਖੇ ਵਿਦਵਾਨ, ਜਿਹੜੇ ਪੜ੍ਹੇ ਹੀ ਨਹੀਂ ਹੋਏ, ਮੈਂ ਵਿਦਵਾਨ ਨਹੀਂ ਮੰਨਦਾ, ਉਹ ਸਾਧ ਸੰਗਤ ਅਰਥਾਂ ਦੇ ਵਿੱਚ ਵੀ ਵਾਦ ਵਿਵਾਦ ਖੜਾ ਕਰ ਦਿੰਦੇ ਹਨ। ਸੰਗਤ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਹੁੰਦਾ। ਜੇ ਖੁਦ ਖੋਜ ਕਰੋ, ਖੁਦ ਵਿੱਦਿਆ ਪੜ੍ਹੋ, ਖੁਦ ਮਿਹਨਤ ਕਰੋ, ਵਿਦਵਾਨਾਂ ਨੂੰ ਸੁਣੋ, ਤਾਂ ਤੁਹਾਨੂੰ ਪਤਾ ਲੱਗੇ ਕਿ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਕੀ ਕੁਝ ਲਿਖਿਆ ਗਿਆ ਹੈ। ਸਾਧ ਸੰਗਤ ਅਸੀਂ ਕਹਿ ਰਹੇ ਸੀ 6 ਗੁਰੂ ਸਾਹਿਬਾਨਾਂ ਦੀ ਬਾਣੀ ਹੈ, 5 ਪਾਤਸ਼ਾਹੀਆਂ ਪਹਿਲੀਆਂ, ਇੱਕ 9ਵੇਂ ਪਾਤਸ਼ਾਹ, 5ਵੇਂ ਪਾਤਸ਼ਾਹ ਤੱਕ ਬਾਣੀ ਉਚਾਰਨ ਕੀਤੀ ਗਈ। 6ਵੇਂ 7ਵੇਂ 8ਵੇਂ ਨੇ ਤਾਂ ਨਹੀਂ ਉਚਾਰਨ ਕੀਤੀ, ਕਿਉਂਕਿ ਸੱਚੇ ਪਾਤਸ਼ਾਹ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਘਰੇ ਔਲਾਦ ਨਹੀਂ ਸੀ ਹੋਈ। ਉਹਨਾਂ ਨੇ ਆਪ ਦੇ ਵੱਡੇ ਭਰਾ ਪਿਰਥੀ ਚੰਦ ਦਾ ਬੇਟਾ ਮਿਹਰਵਾਨ ਗੋਦ ਲਿਆ ਹੋਇਆ ਸੀ, ਉਹਨੂੰ ਅਡਾਪਟ ਕੀਤਾ ਹੋਇਆ ਸੀ, ਉਹ ਗੁਰੂਆਂ ਦੇ ਨਾਲ ਰਹਿੰਦਾ ਸੀ, ਉਹ ਵੀ ਬਾਣੀ ਉਚਾਰਨ ਕਰਨ ਲੱਗ ਗਿਆ ਸੀ। ਆ ਤੁਸੀਂ ਪੜ੍ਹਦੇ ਹੋ ਨਾ ਟਰੱਕਾਂ 'ਤੇ ਲਿਖਿਆ ਹੋਇਆ, ਨਾਨਕ ਨੀਮਾ ਜੋ ਚੱਲੈ ਲੱਗੈ ਨਾ ਤੱਤੀ ਵਾਓ। ਇਹ ਗੁਰਬਾਣੀ ਨਹੀਂ ਹੈ, ਇਹ ਗੁਰਬਾਣੀ ਨਹੀਂ ਹੈ, ਗੁਰਬਾਣੀ ਵਰਗੀ ਹੈ। ਇੱਕ ਤੁਸੀਂ ਪੜ੍ਹਦੇ ਹੋ ਨਾ, ਸਤਿਗੁਰ ਸਾਚੈ ਕਾਜ ਰਚਾਇਆ ਆਪਣੀ ਮੇਖਰ ਕਰਾਈ। ਇਹ ਬਾਣੀ ਨਹੀਂ ਹੈ, ਸੱਚੇ ਪਾਤਸ਼ਾਹ ਦੀ ਬਾਣੀ ਨਹੀਂ। ਉਸ ਵੇਲੇ ਕਈ ਲੋਕ ਬਾਣੀ ਵਰਗੀਆਂ ਕਵਿਤਾਵਾਂ ਲਿਖਣ ਲੱਗ ਗਏ ਸੀ। 6ਵੇਂ 7ਵੇਂ 8ਵੇਂ ਪਾਤਸ਼ਾਹ ਨੇ ਇਸ ਕਰਕੇ ਬਾਣੀ ਉਚਾਰਨ ਨਹੀਂ ਕੀਤੀ ਕਿ ਜੇ ਅਸੀਂ ਉਚਾਰਨ ਕਰਾਂਗੇ, ਇਹਨਾਂ ਨੇ ਵੀ ਉਚਾਰਨ ਕਰ ਕਰਕੇ ਸੰਗਤ ਨੂੰ ਮੂੰਹ ਜ਼ੁਬਾਨੀ ਯਾਦ ਕਰਾ। ਹੁਣ ਤੁਹਾਨੂੰ ਗੁਰਬਾਣੀ ਤਾਂ ਯਾਦ ਨਹੀਂ, ਗੀਤ ਯਾਦ ਨੇ। ਮੂਸੇ ਵਾਲੇ ਦੀ ਟੇਪ ਲਾ ਦਿਓ, ਤੁਹਾਡੇ ਸਭ ਦੇ ਯਾਦ ਹੋਊਗਾ। ਕੋਈ ਇੱਕ ਗੀਤ ਗਾਵੇ, ਤੁਸੀਂ ਮੂਹਰੇ ਮੂਹਰੇ ਬੋਲੋਗੇ, ਲੈ ਮੈਂ ਗੁਰਬਾਣੀ ਦੀਆਂ ਪੰਗਤੀਆਂ ਪੜ੍ਹਦਾ, ਤੁਸੀਂ ਮੇਰੇ ਨਾਲ ਬੋਲਣੀਆਂ ਹੀ ਨਹੀਂ, ਕਿਉਂਕਿ ਬਾਣੀ ਪੜ੍ਹਦੇ ਨਹੀਂ। ਹੁਣ ਮੈਂ ਪੜ੍ਹਦਾ, ਪ੍ਰਮਾਦ ਪੁਰਖ ਮਨੋ ਪਿਮੰਗ ਸਤਾਦ ਭਾਵ ਰਤੰਗ, ਲੈ ਪੜ੍ਹੋ ਮੇਰੇ ਨਾਲ। ਹੁਣ ਸਾਧ ਸੰਗਤ ਜੇ ਪੜ੍ਹਦੇ ਰਵਾਂਗੇ ਤਾਂ ਸਾਡੇ ਯਾਦ ਹੋਏਗਾ, ਅਸੀਂ ਪੜ੍ਹਨਾ ਨਹੀਂ ਤੇ ਯਾਦ ਸਾਡੇ ਹੋਣਾ ਨਹੀਂ ਹੈ। ਇਸ ਕਰਕੇ ਜਿਹੜੇ ਸ਼ਬਦ ਪੜ੍ਹਦੇ ਹੋ, ਤੇਰਾ ਕੀਤਾ ਜਾਤੋ ਨਾਂਗੀ ਮੈਨੂੰ ਜੋ ਕੀਤੋ ਹੀ, ਤੁਸੀਂ ਨਾਲ ਪੜ੍ਹਦੇ ਹੋ। ਪਵਨ ਗੁਰੂ ਪਾਣੀ ਪਿਤਾ, ਤੁਸੀਂ ਨਾਲ ਪੜ੍ਹਦੇ ਹੋ। ਜਿਹੜੇ ਜਿਹੜੇ ਸ਼ਬਦ ਪੜ੍ਹੋਗੇ ਯਾਦ ਹੋ ਜਾਣਗੇ। ਇਵੇਂ ਕਿਵੇਂ ਗੁਰੂਆਂ ਨੇ ਤਾਂ ਨਹੀਂ ਉਚਾਰਨ ਕੀਤੇ, ਜੇ ਅਸੀਂ ਬਾਣੀ ਉਚਾਰਨ ਕਰਾਂਗੇ, ਇਹਨਾਂ ਲੋਕਾਂ ਨੇ ਉਹ ਸਾਡੇ ਵਾਲੇ ਸ਼ਬਦ ਪਿੱਛੇ ਛੱਡ ਦੇਣੇ ਨੇ। ਆਪ ਦੀ ਕੱਚੀ ਬਾਣੀ ਸੌਖੀ ਸੌਖੀ ਉਚਾਰ ਕੇ ਲੋਕਾਂ ਦੇ ਮੂੰਹ ਚੜਾ ਦੇਣੀ ਹੈ। ਲੋਕਾਂ ਨੂੰ ਪਤਾ ਨਹੀਂ ਲੱਗਣਾ ਕੱਚੀ ਬਾਣੀ ਕਿਹੜੀ ਹੈ, ਪੱਕੀ ਬਾਣੀ ਕਿਹੜੀ ਹੈ। ਇਸ ਕਰਕੇ ਸਤਿਗੁਰੂ ਨੇ ਉਚਾਰਨ ਹੀ ਨਹੀਂ ਕੀਤੀ। ਸੋ ਰਹੋ ਵਿਚਾਰ, ਇਹਦੇ ਤੇ 2 ਘੰਟੇ ਅਲੱਗ ਬੋਲਿਆ ਜਾ ਸਕਦਾ ਹੈ, ਕਿਉਂਕਿ ਮਿਹਰਬਾਨ ਵਾਲੀ ਜਨਮ ਸਾਖੀ ਹੈ। ਉਹਦੇ ਵਿੱਚ ਬਹੁਤ ਸਾਰੇ ਪ੍ਰਮਾਣ ਹਨ, ਜੋ ਕਿ ਉਹਦੇ 'ਚੋਂ ਕੱਲੇ ਕੱਲੇ ਪ੍ਰਮਾਣ 'ਤੇ ਅੱਧਾ ਅੱਧਾ ਪੌਣਾ ਪੌਣਾ ਘੰਟਾ ਇੱਕ ਇੱਕ ਲਾਈਨ 'ਤੇ ਬੋਲਿਆ ਜਾ ਸਕਦਾ ਹੈ। ਸਾਧ ਸੰਗਤ 4 ਗੁਰਸਿੱਖਾਂ ਦੀ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 4 ਗੁਰਸਿੱਖਾਂ ਦੀ ਬਾਣੀ ਹੈ। 2 ਸਾਧ ਸੰਗਤ ਸੱਚੇ ਪਾਤਸ਼ਾਹ ਦੇ ਰਾਗੀ ਸੀ, ਭਾਈ ਸੱਤਾ ਤੇ ਭਾਈ ਬਲਵੰਡਾ। ਉਹਨਾਂ ਦੇ ਨਾਮ 'ਤੇ ਬਾਣੀ ਉਚਾਰਨ ਕੀਤੀ ਹੋਈ ਹੈ। ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ। ਸਾਧ ਸੰਗਤ ਉਹਨਾਂ ਵੱਲੋਂ ਉਚਾਰਨ ਕੀਤੀ ਹੋਈ ਬਾਣੀ ਹੈ। ਔਰ ਇੱਕ ਸ਼ਬਦ ਜੋ ਆਪਾਂ ਪੜ੍ਹਦੇ ਹਾਂ, ਰਾਮ ਕਲੀ ਸੱਦ। ਸੱਦ ਮੈਨੇ ਪਰਮੇਸ਼ਰ ਦਾ ਸੱਦਾ। ਜਦੋਂ ਕੋਈ ਚੜ੍ਹਾਈ ਕਰ ਜਾਂਦਾ ਹੈ, ਪਾਠ ਦਾ ਭੋਗ ਪਾਉਂਦੇ ਹਾਂ, ਆਨੰਦ ਸਾਹਿਬ ਪੜ੍ਹਨ ਤੋਂ ਪਹਿਲਾਂ ਅਸੀਂ ਰਾਮ ਕਲੀ ਸੱਦ ਪੜ੍ਹਦੇ ਹਾਂ। ਉਹ ਪੜ੍ਹ ਕੇ ਉਸ ਤੋਂ ਬਾਅਦ ਵਿੱਚ ਅਸੀਂ ਰਾਮ ਕਲੀ ਮਹੱਲਾ ਤੀਜਾ ਆਨੰਦ ਪੜ੍ਹਦੇ ਹਾਂ। ਸਾਧ ਸੰਗਤ ਉਹ ਹੈ ਸੁੰਦਰ ਸਿੱਖ ਦੀ ਬਾਣੀ। ਸੁੰਦਰ ਉਹਦਾ ਨਾਮ ਸੀ। ਸ਼੍ਰੀ ਗੁਰੂ ਅਮਰਦਾਸ ਜੀ ਦਾ ਪੜ ਪੋਤਾ ਸੀ। ਮਹਾਰਾਜ ਜੀ ਦੇ 2 ਪੁੱਤਰ ਸੀ, ਸ਼੍ਰੀ ਗੁਰੂ ਅਮਰਦਾਸ ਮਹਾਰਾਜ, ਉਹਨਾਂ ਦੇ 2 ਪੁੱਤਰ ਨੇ ਬਾਬਾ ਮੋਹਨ ਤੇ ਮੋਹਰੀ। ਅੱਗੇ ਜ਼ਿਕਰ ਆਊਗਾ, ਆਪਾਂ ਕਰ ਰਹੇ ਹਾਂ। ਉਹਨਾਂ ਕੋਲ ਪੋਥੀਆਂ ਪਈਆਂ ਸੀ। ਸਾਧ ਸੰਗਤ ਫਿਰ ਉਹਦੇ ਪੁੱਤਰ ਸੀ ਆਨੰਦ, ਉਹਦੇ ਪੁੱਤਰ ਸੀ ਸੁੰਦਰ। ਇਹ ਪੜ ਪੋਤਾ ਸੀ ਸਾਧ ਸੰਗਤ ਜੀ। ਪੜ ਪੋਤੇ ਦੇ ਨਾਮ 'ਤੇ ਬਾਣੀ ਜਦੋਂ ਲਾਸਟ ਜਾ ਕੇ ਪੰਗਤੀਆਂ ਪੜ੍ਹਦੇ ਨੇ, ਕਹਿ ਸੁੰਦਰ ਸੁਣੋ ਸੰਤੋ ਰਾਮਦਾਸ ਪੈਰੀ ਪਾਏ ਜੀਓ, ਉੱਥੇ ਜਾ ਕੇ ਉਹਨਾਂ ਦਾ ਨਾਮ ਲਿਖਿਆ ਹੋਇਆ ਆਉਂਦਾ ਹੈ। 4 ਗੁਰਸਿੱਖਾਂ ਦੀ ਬਾਣੀ ਹੋ ਗਈ। 2 ਸ਼ਬਦ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ
ਭਾਈ ਮਰਦਾਨੇ ਵਾਸਤੇ ਉਚਾਰਨ ਕੀਤੇ ਸੀ। ਉੱਥੇ ਲਿਖਿਆ ਹੋਇਆ ਹੈ ਸ਼ਲੋਕ ਮਰਦਾਨਾ ਪਹਿਲਾ, ਫਿਰ ਲਿਖਿਆ ਹੈ ਮਰਦਾਨਾ ਪਹਿਲਾ। ਸਾਧ ਸੰਗਤ 4 ਗੁਰਸਿੱਖਾਂ ਦੀ ਬਾਣੀ ਹੈ, ਫਿਰ 15 ਭਗਤਾਂ ਦੀ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਦੋਂ ਤੁਸੀਂ ਪੜ੍ਹਦੇ ਹੋ ਨਾ, ਤਾਂ ਸਾਧ ਸੰਗਤ ਪੜ੍ਹਦਿਆਂ ਜਦੋਂ ਤੁਸੀਂ ਡੀਪ ਚਲੇ ਜਾਂਦੇ ਹੋ, ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਸੱਚੇ ਪਾਤਸ਼ਾਹ ਦੇ ਵਿੱਚ ਕਿਹੜੇ ਕਿਹੜੇ ਭਗਤ ਦੀ ਬਾਣੀ ਹੈ। 15 ਭਗਤ ਹਨ। ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਧੰਨਾ ਜੀ, ਭਗਤ ਤ੍ਰਿਲੋਚਨ ਜੀ, ਭਗਤ ਸੈਣ ਜੀ, ਭਗਤ ਜੈਦੇਵ ਜੀ, ਭਗਤ ਸੂਰਦਾਸ ਜੀ। ਇਹਨਾਂ ਦਾ ਇੱਕ ਸ਼ਬਦ, ਇੱਕ ਪੰਕਤੀ ਵੀ ਹੈ, ਛਾੜ ਰੇ ਮਨ ਹਰ ਵਿਮੁਖਨ ਕੋ ਸੰਗ। ਭਗਤ ਸੂਰਦਾਸ ਜੀ, ਭਗਤ ਪੀਪਾ ਜੀ ਰਾਜਸਥਾਨ ਦਾ ਰਾਜਾ ਸੀ। ਸਾਧ ਸੰਗਤ ਐਸੇ ਬਾਣ ਵੱਜੇ, ਐਸਾ ਪ੍ਰੇਮ ਜਾਗਿਆ, ਗੁਰੂ ਚਰਨਾਂ 'ਚ ਜੁੜ ਕੇ ਭਗਤ ਬਣ ਗਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇਹਦਾ ਨਾਮ ਆ ਗਿਆ। ਭਗਤ ਫਰੀਦ ਜੀ, ਭਗਤ ਪਰਮਾਨੰਦ ਜੀ, ਭਗਤ ਸਦਨਾ ਜੀ, ਭਗਤ ਬੇਣੀ ਜੀ, ਭਗਤ ਰਾਮਾਨੰਦ ਜੀ, ਭਗਤ ਭੀਖਨ ਜੀ। ਸਾਧ ਸੰਗਤ ਜੀ ਇਸ ਤਰੀਕੇ ਸਿਰ 15 ਭਗਤਾਂ ਦੀ ਬਾਣੀ ਔਰ 17 ਭੱਟਾਂ ਦੀ ਬਾਣੀ, ਇਹਦੇ ਤੇ ਵੀ ਬੜੇ ਲੋਕ ਕਿੰਤੂ ਪਰੰਤੂ ਕਰਦੇ ਨੇ। ਜਿਹੜੇ ਨਵੇਂ ਮੁੰਡੇ ਵਿਦਵਾਨ ਬਣੇ ਨੇ, ਸਾਧ ਸੰਗਤ ਮਿਸ਼ਨਰੀ ਕਾਲਜ ਵਾਲੇ, ਉਹ ਕਹਿੰਦੇ ਜੀ ਗੁਰੂਆਂ ਨੂੰ ਨੌਆਂ ਦਾ ਭੁਲੇਖਾ ਪੈ ਗਿਆ। ਉਹ ਲਿਖਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 11 ਭੱਟਾਂ ਦੀ ਬਾਣੀ ਹੈ। ਜਦੋਂ ਤੁਸੀਂ ਸੰਤ ਬਾਬਾ ਗੁਰਬਚਨ ਸਿੰਘ ਭਿੰਡਰਾਲਿਆਂ ਨੂੰ ਪੜ੍ਹੋਗੇ ਤਾਂ 17 ਭੱਟ। ਜਦੋਂ ਤੁਸੀਂ ਸੰਤ ਬਾਬਾ ਕਿਰਪਾਲ ਸਿੰਘ ਜੀ, ਸੰਤ ਬਾਬਾ ਅਮੀਰ ਸਿੰਘ ਜੀ, ਗਲੀ ਸੱਤੋਵਾਲੀ, ਅੰਮ੍ਰਿਤਸਰ, ਜਿੱਥੋਂ ਇਹ ਸਾਰੇ ਵਿਦਵਾਨ ਵਿੱਦਿਆ ਪੜ੍ਹ ਕੇ ਆਏ ਨੇ, ਤਾਂ ਸੁਣੋਗੇ 17 ਭੱਟਾਂ ਦੀ ਬਾਣੀ। ਜਦੋਂ ਤੁਸੀਂ ਰਾੜਾ ਸਾਹਿਬ ਵਾਲਿਆਂ ਨੂੰ ਸੁਣੋਗੇ 17 ਭੱਟਾਂ ਦੀ ਬਾਣੀ। ਨਾਨਕਸਰ ਵਾਲਿਆਂ ਨੂੰ ਸੁਣੋਗੇ 17 ਭੱਟਾਂ ਦੀ ਬਾਣੀ। ਜਦੋਂ 2-2 ਰੁਪਏ ਵਾਲੀਆਂ ਕਿਤਾਬਾਂ ਵੇਚਣ ਵਾਲਿਆਂ ਨੂੰ ਤੁਸੀਂ ਸੁਣੋਗੇ ਤਾਂ ਕਹਿੰਦੇ ਨੇ 11 ਭੱਟਾਂ ਦੀ ਬਾਣੀ। ਅਸੀਂ ਤਾਂ ਭੱਟਾਂ ਦੇ ਨਾਮ ਵੀ ਦੱਸ ਸਕਦੇ ਹਾਂ ਤੁਹਾਨੂੰ, ਜਿਹੜੇ 17 ਭੱਟਾਂ ਦੀ ਬਾਣੀ ਹੈ। ਸਾਧ ਸੰਗਤ ਜੀ, ਭੱਟ ਕੱਲ ਜੀ, ਭੱਟ ਕੱਲ ਸਖਾਰ ਜੀ, ਭੱਟ ਜਾਲਪ ਜੀ, ਭੱਟ ਜਲ ਜੀ, ਭੱਟ ਕੀਰਤ ਜੀ, ਭੱਟ ਸੱਲ ਜੀ, ਭੱਟ ਭੱਲ ਜੀ, ਭੱਟ ਨਲ ਜੀ, ਭੱਟ ਭਿੱਖਾ ਜੀ। ਜੇ ਭਿੱਖੇ ਤੇ ਬੋਲਿਆ ਜਾਵੇ ਸਾਧ ਸੰਗਤ, ਭਗਤ ਜਿਹੜਾ ਇਹ ਭੱਟ ਭਿੱਖਾ ਸੀ, ਇਹ ਬ੍ਰਹਮਾ ਆਪ ਸੀ। ਇਹ ਜਿਹੜੇ ਸਾਰੇ ਜਿਹੜੇ ਭੱਟਾਂ ਦੇ ਨਾਮ ਅਸੀਂ ਲੈ ਰਹੇ ਹਾਂ, ਇਹ 4 ਵੇਦਾਂ ਨੇ, ਇੱਕ ਵੇਦ ਨੇ 4 ਭੱਟਾਂ ਦਾ ਰੂਪ ਧਾਰਨ ਕੀਤਾ ਸੀ। ਭੱਟਾਂ ਦੀ ਜੇ ਵਿਆਖਿਆ ਕਰਨੀ ਹੋਵੇ ਬਹੁਤਾ ਹੀ ਲੰਮਾ ਸਮਾਂ ਚਾਹੀਦਾ ਹੈ। ਸਾਧ ਸੰਗਤ ਇਹ ਫਿਰ ਆਏ 16 ਆ ਗਏ, ਚੌਕਮ ਚੌਕੀ 16। 4 ਵੇਦ ਨੇ, ਰਿਗਵੇਦ, ਯੁਜੁਰਵੇਦ, ਅਥਰਵਣ ਵੇਦ, ਸਾਮ ਵੇਦ। ਇਹ 4 ਵੇਦ ਨੇ। ਇੱਕ ਵੇਦ ਤੋਂ 4 ਭੱਟ ਪੈਦਾ ਹੋਏ। ਚੌਕਮ ਚੌਕੀ 16, ਇਹ 16 ਭੱਟ ਹੋਏ। 17ਵਾਂ ਜਿਹੜਾ ਭੱਟ ਸੀ ਉਹ ਸੀ ਭਿੱਖਾ। ਉਹ ਬ੍ਰਹਮਾ ਆਪ ਆਇਆ ਸੀ ਭੱਟਾਂ ਦੇ ਰੂਪ ਦੇ ਵਿੱਚ। ਸਾਧ ਸੰਗਤ ਭੱਟ ਜੱਲਣ ਜੀ, ਭੱਟ ਦਾਸ ਜੀ, ਭੱਟ ਗਯੰਦ ਜੀ, ਭੱਟ ਗੰਗਾ ਜੀ, ਭੱਟ ਮਥਰਾ ਜੀ, ਭੱਟ ਬਲ ਜੀ, ਭੱਟ ਖਰਵੰਸ ਜੀ। ਇਹ 17 ਭੱਟ ਬਣਦੇ ਨੇ। ਸਾਧ ਸੰਗਤ ਜਿਨ੍ਹਾਂ ਨੇ ਗੁਰਬਾਣੀ ਉਚਾਰਨ ਕੀਤੀ, ਗੁਰੂਆਂ ਦੀ ਮਹਿਮਾ ਉਚਾਰਨ ਕੀਤੀ ਹੈ, ਔਰ ਸੱਚੇ ਪਾਤਸ਼ਾਹ ਦੇ ਵਿੱਚ ਇਹਨਾਂ ਦੀ ਬਾਣੀ ਦਰਜ ਹੈ। ਸਾਧ ਸੰਗਤ ਇਸ ਤਰੀਕੇ ਸਿਰ ਸਤਿਗੁਰਾਂ ਦੇ ਵਿੱਚ ਜੇ ਸਾਰਿਆਂ ਸ਼ਬਦਾਂ ਦਾ ਹੁਣ ਜੋੜ ਲਾਈਏ, ਟੋਟਲ ਸ਼ਬਦ ਕਿੰਨੇ ਹੋ ਗਏ? ਜਿਵੇਂ ਆਪਾਂ ਪਹਿਲਾਂ ਸ਼ਬਦਾਂ ਦੀ ਗੱਲ ਕੀਤੀ, ਫਿਰ ਅਸ਼ਟਪਦੀਆਂ ਦੀ ਗੱਲ ਕੀਤੀ ਵੀ ਸ਼ਬਦ ਮਹਾਰਾਜ 'ਚ 2026 ਨੇ, ਫਿਰ ਅਸ਼ਟਪਦੀਆਂ 305 ਨੇ, ਫਿਰ ਸਾਧ ਸੰਗਤ ਛੰਤ 145 ਨੇ। ਜਿਵੇਂ ਮੈਂ ਤੁਹਾਨੂੰ ਕੱਲੀਆਂ ਗੱਲਾਂ, ਪੌੜੀਆਂ ਜਿਵੇਂ 471 ਨੇ, ਸ਼ਲੋਕ ਜਿਵੇਂ 664 ਨੇ, ਇਸ ਤਰ੍ਹਾਂ ਦੇ ਨਾਲ ਮੈਂ ਤੁਹਾਨੂੰ ਦੱਸਿਆ। ਜੇ ਟੋਟਲ ਜੋੜ ਕਰੀਏ, ਟੋਟਲ ਕਿੰਨਾ ਹੋ ਗਿਆ? ਤਾਂ ਸੱਚੇ ਪਾਤਸ਼ਾਹ ਦੇ ਵਿੱਚ 5872 ਸ਼ਬਦ ਬਣਦੇ ਨੇ। 5872 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿਨ੍ਹਾਂ ਸਾਰਿਆਂ ਦਾ ਕੁੱਲ ਜੋੜ ਹੈ। ਸੱਚੇ ਪਾਤਸ਼ਾਹ ਦਾ ਪਹਿਲਾ ਪ੍ਰਕਾਸ਼ ਦਿਖਾੜਾ 1661 ਬਿਕਰਮੀ ਨੂੰ, 16/8/1604 ਈਸਵੀ ਸੰਮਤ ਬਣਦਾ ਹੈ। ਹਰਿਮੰਦਰ ਸਾਹਿਬ ਦੇ ਵਿੱਚ ਕੀਤਾ ਗਿਆ
ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਲੱਗੇ। ਉਹ ਅਸੀਂ ਹਜੇ ਇਤਿਹਾਸ ਤਾਂ ਤੋਰਨਾ ਹੈ, ਹਜੇ ਤਾਂ ਅਸੀਂ ਤੁਹਾਡੇ ਨਾਲ ਜਰਨਲ ਨੌਲੇਜ ਦੀਆਂ ਗੱਲਾਂ ਸਾਂਝੀਆਂ ਕਰਦੇ ਹਾਂ ਕਿ ਤੁਸੀਂ ਕਹਿੰਦੇ ਹੋ ਨਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕਿਸੇ ਨੂੰ ਮੰਨਦੇ ਨਹੀਂ, ਸੱਚੇ ਪਾਤਸ਼ਾਹ ਨੂੰ ਹੀ ਮੰਨਦੇ ਹਾਂ, ਕਿਸੇ ਬਾਬੇ ਨੂੰ ਨਹੀਂ ਮੰਨਦੇ, ਕਿਸੇ ਸੰਤ ਨੂੰ ਨਹੀਂ ਮੰਨਦੇ। ਸਾਡੇ ਕੋਲ ਤਾਂ ਜੀ ਸੱਚੇ ਪਾਤਸ਼ਾਹ ਨੂੰ ਮੰਨਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ। ਅਸੀਂ ਦੱਸਦੇ ਹਾਂ ਵੀ ਆਹ ਗਿਆਨ ਹੈ ਤੁਹਾਡੇ ਕੋਲ। ਜਿਸ ਗੁਰੂ ਨੂੰ ਤੁਸੀਂ ਮੰਨਦੇ ਹੋ, ਮੱਥੇ ਟੇਕਦੇ ਹੋ, ਕਿ ਆਹ ਸਾਰੇ ਦਾ ਸਾਰਾ ਗਿਆਨ ਤੁਹਾਨੂੰ ਪਤਾ ਹੈ ਵੀ ਇਹਦੇ ਵਿੱਚ ਇੰਨਾ ਗਿਆਨ ਛੁਪਿਆ ਪਿਆ ਹੈ। ਤੁਸੀਂ ਮੱਥਾ ਟੇਕ ਲਿਆ, ਐ 10 ਰੁਪਏ ਰੱਖੇ। ਪਹਿਲਾਂ ਬਾਪੂ ਜੀ ਕਹਿੰਦੇ ਹੁੰਦੇ ਸੀ ਲੋਹੇ ਦਾ ਰੁਪਈਆ ਭਗਾ ਕੇ ਮਾਰਿਆ ਚਾਹੇ ਪਾਠੀ ਦੀ ਅੱਖ 'ਚ ਲੱਗੇ, ਪਿੱਛੇ ਨੂੰ ਮੁੜ ਗਏ। ਇਹ ਵੀ ਨਹੀਂ ਪਤਾ ਗੁਰੂ ਸਾਨੂੰ ਕੀ ਸੁਣਾ ਰਿਹਾ। ਇਹੋ ਜਿਹੇ ਲੋਕ ਵੀ ਦੇਖੇ ਨੇ। ਜਦੋਂ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਪੰਜ ਬਾਣੀਆਂ ਦਾ ਪਾਠ ਹੁੰਦਾ ਹੈ, ਉਧਰ ਤਾਂ ਆਨੰਦ ਸਾਹਿਬ ਦੀ ਲਾਸਟ ਪੌੜੀ ਚੱਲ ਰਹੀ ਹੁੰਦੀ ਹੈ, ਆਨੰਦ ਸੁਣੋ ਬੜਭਾਗੀਓ ਸਗਲ ਮਨੋਰਥ। ਲੋਕਾਂ ਨੂੰ ਪਤਾ ਨਹੀਂ ਵੀ ਸ਼ਬਦ ਸਮਾਪਤ ਹੋਣ ਵਾਲਾ, 2 ਮਿੰਟਾਂ ਨੂੰ ਅਰਦਾਸ ਹੋ ਜਾਣੀ ਹੈ। ਲੋਕ ਉਦੋਂ ਵੀ ਮੱਥਾ ਟੇਕ ਕੇ ਵਾਪਸ ਮੁੜੇ ਆਉਂਦੇ ਨੇ। ਤੇ ਤੁਸੀਂ ਕਹਿੰਦੇ ਹੋ ਅਸੀਂ ਤਾਂ ਜੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਮੰਨਦੇ ਨਹੀਂ। ਜੇ ਆਪਾਂ ਮੰਨਦੇ ਹਾਂ, ਜਿੰਨਾ ਕੁ ਗਿਆਨ ਅਸੀਂ ਤੁਹਾਨੂੰ ਦੱਸਦੇ ਤਾਂ ਕੁਛ ਵੀ ਨਹੀਂ। ਜਿੰਨਾ ਕੁ ਗਿਆਨ ਮੈਂ ਤੁਹਾਨੂੰ ਦੱਸਤਾ ਹੈ ਤਾਂ ਕੁਛ ਵੀ ਨਹੀਂ। ਇਹ ਤਾਂ ਛੋਟੇ ਛੋਟੇ ਬੱਚਿਆਂ ਨੂੰ ਵੀ ਆਉਣਾ ਚਾਹੀਦਾ ਹੈ। ਇਹ ਤਾਂ ਜਰਨਲ ਨੌਲੇਜ ਤੋਂ ਵੀ ਬਹੁਤ ਥੱਲੇ ਦਾ ਗਿਆਨ ਹੈ। ਇਹ ਤਾਂ ਜਿਵੇਂ ਕਲਾਸਾਂ ਦੇ ਵਿੱਚ ਊੜਾੜਾ ਨਹੀਂ ਪੜਾਉਂਦੇ, ਬੋਲ ਊੜਾ, ਬੋਲ ਆੜਾ, ਬੋਲ, ਇਹ ਤਾਂ ਉਹ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਨੇ। ਸਾਧ ਸੰਗਤ ਇਦੋਂ ਤਾਂ ਅੱਗੇ ਬਹੁਤ ਗਿਆਨ ਪਿਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੈਂ ਦੱਸਿਆ 1430 ਅੰਗ ਨੇ, 31 ਰਾਗਾਂ 'ਚ ਬਾਣੀ ਹੈ। ਇੱਥੋਂ ਤੱਕ ਵੀ ਵਿਦਵਾਨ ਪਏ ਨੇ, ਕੱਲਾ ਕੱਲਾ ਅੱਖਰ ਗਿਣਤਾ ਗੁਰੂ ਗ੍ਰੰਥ ਸਾਹਿਬ ਦਾ ਵਿਦਵਾਨਾਂ ਨੇ ਵੀ ਆ ਜਿਹੜੇ ਤੁਸੀਂ ਪੜ੍ਹਦੇ ਹੋ ਨਾ, ਵੀ ਇਹ ਕੱਲਾ ਕੱਲਾ ਜੇ ਅੱਖਰ ਗਿਣੀਏ ਤਾਂ ਗੁਰੂ ਗ੍ਰੰਥ ਸਾਹਿਬ 'ਚ ਕਿੰਨੇ ਅੱਖਰ ਨੇ। ਹੁਣ ਜੇ ਆਪਾਂ ਨੂੰ ਕੋਈ ਸਵਾਲ ਕਰੇ ਵੀ ਤੂੰ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਮੰਨਦਾ ਨਹੀਂ ਸੱਜਣਾ, ਆ 10 ਫਿਰ ਗੁਰੂ ਗ੍ਰੰਥ ਸਾਹਿਬ 'ਚ ਅੱਖਰ ਕਿੰਨੇ ਨੇ। ਹਾਂ, ਜੇ ਤੁਸੀਂ ਵਿਦਵਾਨ ਸੰਤਾਂ ਦੀ ਸੰਗਤ ਕਰਦੇ ਹੋ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਨੌਲੇਜ ਹੈ, ਉਹਨਾਂ ਦੇ ਸੰਗੀ ਹੋ, ਉਹਨਾਂ ਦੇ ਬਚਨ ਸੁਣਦੇ ਹੋ, ਉਹਨਾਂ ਦੇ ਬਚਨਾਂ 'ਤੇ ਪਹਿਰਾ ਦਿੰਦੇ ਹੋ, ਤਾਂ ਤੁਸੀਂ ਹਿੱਕ ਠੋਕ ਕੇ ਕਹਿ ਦਿਓ 10,24,000 ਅੱਖਰ ਨੇ ਗੁਰੂ ਗ੍ਰੰਥ ਸਾਹਿਬ ਦੇ। ਕੱਲੇ ਕੱਲੇ ਅੱਖਰ ਜੇ ਗਿਣੋਗੇ, ਜਿਵੇਂ ਇੱਕ ਓੰਕਾਰ, ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਕੱਲੇ ਕੱਲੇ ਜਿਵੇਂ ਨਿਰਭਉ ਦੇ 4 ਅੱਖਰ ਨੇ, ਅਕਾਲ ਦੇ 3 ਅੱਖਰ ਨੇ, ਕੱਲਾ ਕੱਲਾ ਅੱਖਰ ਗਿਣ ਕੇ 10,24,000 ਅੱਖਰ ਬਣਨਗੇ। ਹੁਣ ਇੱਕ ਸਵਾਲ ਪੈਦਾ ਹੁੰਦਾ ਵੀ ਤੁਸੀਂ ਕਹਿੰਦੇ ਹੋ ਗੁਰਬਾਣੀ ਗੁਰਮੁਖੀ 'ਚ ਲਿਖੀ ਹੋਈ ਆ, ਹੋਰ ਵੀ ਕੋਈ ਭਾਸ਼ਾ ਹੈਗੀ ਗੁਰਬਾਣੀ 'ਚ? ਤਾਂ ਤੁਸੀਂ ਕੀ ਜਵਾਬ ਦਿਓਗੇ ਵੀ ਜੋ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹੋ ਕਿ ਇਹਦੇ ਵਿੱਚ ਇਕੱਲੀ ਗੁਰਮੁਖੀ ਹੋਈ ਹੈ ਕਿ ਹੋਰ ਵੀ ਕਿਸੇ ਪ੍ਰਾਂਤ ਦੀ, ਕਿਸੇ ਸਟੇਟ ਦੀ ਬਾਣੀ ਲਿਖੀ ਹੋਈ ਹੈ? ਕੀ ਜਵਾਬ ਦਿਓਗੇ? ਤੁਹਾਡੇ ਕੋਲ ਕੋਈ ਜਵਾਬ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 13 ਅਲੱਗ-ਅਲੱਗ ਭਾਸ਼ਾ ਨੇ, ਅਲੱਗ-ਅਲੱਗ ਭਾਸ਼ਾਵਾਂ 13 ਭਾਸ਼ਾਵਾਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਲਿਖੀ ਹੋਈ ਹੈ। ਸਾਧ ਸੰਗਤ ਇਹ ਯਾਦ ਰੱਖਣ ਯੋਗ ਬਚਨ ਹਨ। ਔਰ ਸਾਧ ਸੰਗਤ ਇੱਥੇ ਬਸ ਨਹੀਂ, ਜਿਉਂ-ਜਿਉਂ ਤੁਸੀਂ ਬਾਣੀ ਪੜ੍ਹਦੇ ਜਾਓਗੇ, ਮਿਹਨਤ ਕਰਦੇ ਜਾਓਗੇ, ਤਿਉਂ-ਤਿਉਂ ਤੁਹਾਡੇ 'ਤੇ ਅਪਰੰਪਾਰ ਕਿਰਪਾ ਹੁੰਦੀ ਜਾਏਗੀ। ਤੁਰੀਏ ਤਾਂ ਸਹੀ, ਅਸੀਂ ਤਾਂ ਤੁਰਨ ਨੂੰ ਵੀ ਤਿਆਰ ਨਹੀਂ। ਜਿਉਂ-ਜਿਉਂ ਤੁਰਦੇ ਜਾਵਾਂਗੇ, ਮਿਹਨਤ ਕਰਦੇ ਜਾਵਾਂਗੇ, ਤਿਉਂ-ਤਿਉਂ ਸੱਚੇ ਪਾਤਸ਼ਾਹ ਆਪਣੇ 'ਤੇ ਅਪਰੰਪਾਰ ਕਿਰਪਾ ਕਰਦੇ ਜਾਣਗੇ। ਤੁਸੀਂ ਜਾ ਕੇ ਮੱਥਾ ਟੇਕ ਲਿਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਦਿਖਾੜਾ, ਪਰ ਸਾਧ ਸੰਗਤ ਸਾਨੂੰ ਦੇਖਣਾ ਪਵੇਗਾ ਕਿ ਸਾਨੂੰ ਪਹਿਲੇ ਪ੍ਰਕਾਸ਼ ਦਿਖਾੜੇ ਦਾ ਕਿੰਨਾ ਕੁ ਗਿਆਨ ਸੀ, ਕਿੰਨੀ ਕੁ ਨੌਲੇਜ ਸੀ। ਸਾਧ ਸੰਗਤ ਹੁਣ ਤੁਹਾਨੂੰ ਪੁੱਛਦੇ ਆ ਵੀ ਆਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਤੁਸੀਂ ਮੱਥਾ ਟੇਕਦੇ ਹੋ, ਕੀ ਇਹ ਬਾਣੀ ਇਕੱਠੀ ਹੋ ਆਈ ਸੀ ਕਿ ਜਾਂ ਇਹ ਬਾਣੀ ਕੱਲੀ ਕੱਲੀ ਆਈ ਸੀ, ਜਾਂ ਇਹ ਬਾਣੀ ਇੱਕ ਇੱਥੋਂ ਮਿਲੀ ਇੱਕ ਉੱਥੋਂ ਮਿਲੀ? ਇਹ ਬਾਣੀ ਇਕੱਠੀ ਕਿਵੇਂ ਹੋਈ? ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਬੈਠੇ ਆ, ਆਪਣੇ ਕੋਲ ਗਿਆਨ ਹੋਣਾ ਚਾਹੀਦਾ, ਨੌਲੇਜ ਹੋਣੀ ਚਾਹੀਦੀ, ਪਤਾ ਹੋਣਾ ਚਾਹੀਦਾ। ਸਾਧ ਸੰਗਤ ਕਿ ਜੋ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਰਹੇ ਹਾਂ, ਸਾਨੂੰ ਇਹਦੇ ਬਾਰੇ ਪਤਾ ਕਿੱਥੋਂ ਆਈ? ਨਹੀਂ ਪਤਾ। ਸਾਧ ਸੰਗਤ ਪਹਿਲੇ ਨੰਬਰ 'ਤੇ
ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵੇਈ ਨਦੀ 'ਚ ਪ੍ਰਵੇਸ਼ ਕਰਦੇ ਹਨ। 3 ਦਿਨ ਵਾਸਤੇ ਵੇਈ ਨਦੀ 'ਚ ਅਲੋਪ ਹੋ ਜਾਂਦੇ ਹਨ। ਪਿੰਡ ਵਾਲੇ ਲੱਭਦੇ ਫਿਰਦੇ ਹਨ ਕਿ ਗਰੀਬਾਂ ਨੂੰ ਐਵੇਂ ਹੀ ਵਰਤਾਈ ਜਾਂਦਾ ਸੀ 13 ਕਹਿ ਕੇ। ਹੁਣ ਇਹਦੇ ਸਿਰ ਕਰਜ਼ਾ ਚੜ੍ਹ ਗਿਆ ਹੋਣਾ, ਕਰਜ਼ੇ ਤੋਂ ਡਰਦਾ ਡੁੱਬ ਕੇ ਮਰ ਗਿਆ। ਲੋਕਾਂ ਦੀਆਂ ਗੱਲਾਂ ਤੁਸੀਂ ਕਹਿੰਦੇ ਹੋ ਜੀ ਮੈਂ ਗੁਰਦੁਆਰੇ ਜਾਂਦਾ, ਮੈਂ ਝਾੜੂ ਮਾਰਦਾ, ਲੋਕ ਬੜਾ ਕੁਝ ਬੋਲਦੇ। ਮੈਂ ਕਹਾਂ ਮੈਂ ਦੁਨੀਆ ਨੂੰ ਗੁਰੂ ਨਾਲ ਜੋੜਦਾ, ਲੋਕ ਮੇਰਾ ਵਿਰੋਧ ਕਰਦੇ। ਉਹ ਅਸੀਂ ਤਾਂ ਵਿਚਾਰੇ ਹੀ ਕਿਸੇ ਦੇ ਨਹੀਂ। ਦੁਨੀਆ ਨੇ ਗੁਰੂ ਨਾਨਕ ਨੂੰ ਪਤਾ ਕੀ ਕਿਹਾ। ਹੁਣ ਜੇ ਤੁਸੀਂ ਬਾਣੀ ਪੜ੍ਹਦੇ ਹੋਵੋਗੇ ਤਾਂ ਤੁਹਾਨੂੰ ਪਤਾ ਹੋਊਗਾ। ਸਾਧ ਸੰਗਤ ਆਪਾਂ ਗੁਰੂ ਨਾਨਕ ਨੂੰ ਪੁੱਛਦੇ ਹਾਂ, ਹੇ ਸੱਚੇ ਪਾਤਸ਼ਾਹ ਤੁਸੀਂ ਸੱਚ ਧਰਮ ਦਾ ਉਪਦੇਸ਼ ਦਿੱਤਾ, ਤੁਸੀਂ ਆਪ ਅਕਾਲ ਪੁਰਖ ਸੰਸਾਰ ਤੇ ਆਏ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਨਾਰਾਇਣ ਸਭ ਤੋਂ ਵੱਡਾ ਹੈ ਨਾ, ਨਾਰਾਇਣ ਤੋਂ ਉੱਪਰ ਕੋਈ ਨਹੀਂ ਹੈ। ਗੁਰੂ ਨਾਨਕ ਦੇਵ ਜੀ ਨਾਰਾਇਣ ਨੇ ਨਾ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਆਪਣੀਆਂ ਸ਼ਕਤੀਆਂ ਭਗਤੀਆਂ ਦੇ ਨਾਲ ਨਾਰਾਇਣ ਨੇ ਗੁਰੂ ਨਾਨਕ ਦੇਵ ਜੀ ਦਾ ਰੂਪ ਬਣਾਇਆ, ਸੰਸਾਰ ਤੇ ਆ ਗਏ। ਮਹਾਰਾਜ ਤੁਸੀਂ ਤਾਂ ਨਾਰਾਇਣ ਹੋ, ਦੁਨੀਆ ਤੁਹਾਡੀ ਬੜੀ ਪੂਜਾ ਕਰਦੀ ਹੋਊ, ਬੜਾ ਸਤਿਕਾਰ ਕਰਦੀ ਹੋਊਗੀ। ਕਿਰਪਾ ਕਰਕੇ ਸਾਨੂੰ ਦੱਸੋ ਲੋਕ ਕਿੰਨਾ ਕੁ ਪਿਆਰ ਕਰਦੇ ਆ ਤੁਹਾਡਾ। ਆ ਸੁਣ ਲਓ, ਮਹਾਰਾਜ ਕਹਿੰਦੇ ਕੋਈ ਆਖੈ ਭੂਤ ਨਾ, ਕੋ ਕਹਿ ਬੇਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ। ਲੋਕ ਗੁਰੂ ਨਾਨਕ ਨੂੰ ਭੂਤ ਨਾ ਕਹਿ ਕੇ ਬੁਲਾਉਂਦੇ ਆ। ਤੁਸੀਂ ਕਹਿੰਦੇ ਮੈਂ ਤਾਂ ਨਹੀਂ ਗੁਰਦੁਆਰੇ ਜਾਂਦਾ, ਮੈਨੂੰ ਕਿਹੜਾ ਪ੍ਰਧਾਨਗੀ ਦਿੱਤੀ ਹੈ। ਮੈਂ ਤਾਂ ਨਹੀਂ ਗੁਰਦੁਆਰੇ ਜਾਂਦਾ, ਮੈਨੂੰ ਰੁਪਈਏ ਗਿਣਨ ਨੂੰ ਕੋਲ ਨਹੀਂ ਬਿਠਾਇਆ। ਮੈਂ ਤਾਂ ਨਹੀਂ ਗੁਰਦੁਆਰੇ ਜਾਂਦਾ। ਤੁਸੀਂ ਇਹ ਗੱਲਾਂ ਕਹਿੰਦੇ ਹੋ। ਗੁਰੂ ਨਾਨਕ ਨੂੰ ਪੁੱਛ ਲਓ ਵੀ ਤੈਨੂੰ ਕੀ ਕਹਿੰਦੇ ਸੀ ਜਦੋਂ ਤੂੰ ਸੰਸਾਰ ਤੇ ਸੀ। ਇਹ ਲੋਕਾਂ ਦਾ ਕਰਮ ਹੈ। ਜਿੰਨਾ ਚਿਰ ਤੁਸੀਂ ਜਿਉਂਦੇ ਹੋ ਇਹ ਤੁਹਾਡਾ ਵਿਰੋਧ ਕਰਨਗੇ। ਜਦੋਂ ਤੁਸੀਂ ਮਰ ਗਏ ਤੁਹਾਡੀਆਂ ਫੋਟੋਆਂ ਕੰਧਾਂ ਤੇ ਧਰ ਕੇ, ਐ ਚਾਦਰਾਂ ਵਿਛਾ ਕੇ ਧਰ ਕੇ ਫਿਰ ਤੁਹਾਡੀਆਂ ਫੋਟੋਆਂ ਨੂੰ ਵੀ ਮੱਥੇ ਟੇਕਣਗੇ। ਇਹ ਲੋਕ ਇੰਨੇ ਕੁ ਬਦ ਦਿਮਾਗ ਨੇ, ਜਿਉਂਦੇ ਤੋਂ ਗਿਆਨ ਨਹੀਂ ਲੈਣਾ, ਮਰੇ ਹੋਏ ਦੀਆਂ ਫੋਟੋਆਂ ਨੂੰ ਮੱਥੇ ਜ਼ਰੂਰ ਟੇਕ ਦੇਣੇ ਨੇ। ਸਾਧ ਸੰਗਤ ਅਸੀਂ ਕਹਿ ਰਹੇ ਸੀ ਗੁਰੂ ਨਾਨਕ ਦੇਵ ਜੀ ਵੇਈ ਨਦੀ ਦੇ ਵਿੱਚ ਪ੍ਰਵੇਸ਼ ਕਰ ਗਏ, 3 ਦਿਨ ਵਾਸਤੇ ਅਲੋਪ ਰਹੇ। ਮੂਰਖ ਲੋਕ ਕਹਿੰਦੇ ਕਰਜ਼ਾ ਚੜ੍ਹ ਗਿਆ ਹੋਣਾ ਸਿਰ ਸੱਚੇ ਪਾਤਸ਼ਾਹ ਦੇ, ਆਪ ਦਾ ਕਰਜ਼ਾ ਉਤਾਰਨ ਵਾਸਤੇ ਵੀ ਮੇਰੇ ਤੋਂ ਉਤਰਨਾ ਨਹੀਂ, ਆਪਾਂ ਡੁੱਬ ਕੇ ਮਰ ਜਾਓ। ਗੁਰੂ ਨਾਨਕ ਕਿਹੜਾ ਕਾਇਰ ਸੀ। ਗੁਰੂ ਨਾਨਕ ਤਾਂ ਸਾਨੂੰ ਮਰਿਆਂ ਨੂੰ ਜਿਉਂਦੇ ਕਰਨ ਵਾਲਾ, ਉਹਦੀ ਬਾਣੀ ਸਾਨੂੰ ਮਰਿਆਂ ਨੂੰ ਜਿਉਂਦੇ ਕਰਨ ਵਾਲੀ ਹੈ। ਸਾਧ ਸੰਗਤ ਉਹ 3 ਦਿਨ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਦੇ ਦੇਸ਼ ਚਲੇ ਗਏ, ਸੱਚਖੰਡ ਦੇ ਵਿੱਚ ਚਲੇ ਗਏ। ਉੱਥੇ ਜਾ ਕੇ ਆ ਅਕਾਲ ਪੁਰਖ ਬੈਠੇ ਨੇ, ਆ ਗੁਰੂ ਨਾਨਕ ਬੈਠੇ ਨੇ, ਆਪਸ ਵਿੱਚ ਵਿਚਾਰ ਹੋ ਰਹੀ ਹੈ। ਅਕਾਲ ਪੁਰਖ ਦੀ ਉਸਤਤ ਦੇ ਵਿੱਚ ਮਨ ਦੇ ਵਿੱਚੋਂ ਬੜੇ ਬਲਬਲੇ ਨਿਕਲਦੇ ਨੇ, ਬੜਾ ਜਸ ਬੜੀ ਵਡਿਆਈ ਨਿਕਲਦੀ ਹੈ। ਅਕਾਲ ਪੁਰਖ ਮੁਖ ਤੋਂ ਬੋਲੇ ਨਾਨਕ ਜਿਹੜੇ ਕੰਮ ਵਾਸਤੇ ਤੈਨੂੰ ਸੰਸਾਰ ਤੇ ਭੇਜਣਾ ਕੀਤਾ ਹੈ, ਕੀ ਤੂੰ ਕੰਮ ਸ਼ੁਰੂ ਕੀਤਾ ਹੈ ਕਿ ਨਾ। ਕਰਤਾ ਸ਼ੁਰੂ ਤਾਂ ਕੰਮ ਉਹ। ਸਾਧ ਸੰਗਤ ਹੱਥ ਜੋੜ ਕੇ ਗੁਰੂ ਨਾਨਕ ਕਹਿੰਦੇ ਦੱਸੋ ਮਾਰਾ ਹੁਕਮ ਕਰੋ। ਇਹ ਲੋਕ ਤਾਂ ਕੱਲ ਹੋਈ ਕੁੱਤੇ ਮੂੰਹੀ ਖਾ ਜੂਗਾ ਮੁਰਦਾਰ ਗੁਸਾਈ, ਰਾਜੇ ਪਾਪ ਕਮਾਮ ਦੇ ਉਲਟੀ ਬਾੜ ਖੇਤ ਕੋ ਖਾਈ। ਮਹਾਰਾਜ ਉੱਥੇ ਤਾਂ ਬੜਾ ਪਾਪ ਵੱਧ ਚੁੱਕਿਆ, ਤੁਸੀਂ ਗਿਆਨ ਕਰਾਓ ਮੈਂ ਕੀ ਮਹਿਮਾ ਕਰਾਂ ਤੇਰੀ। ਅਕਾਲ ਪੁਰਖ ਨੇ ਉਚਾਰਨ ਕੀਤਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਥੇ ਸਟਾਪ ਕਰਤਾ। ਅਕਾਲ ਪੁਰਖ ਨੇ ਨਾ ਉਚਾਰਨ ਕੀਤਾ। ਫਿਰ ਗੁਰੂ ਨਾਨਕ ਦੇਵ ਨੇ ਅੱਖਾਂ ਖੋਲੀਆਂ, ਅਕਾਲ ਪੁਰਖ ਵੱਲ ਦੇਖਿਆ। ਅਕਾਲ ਪੁਰਖ ਕਹਿੰਦੇ ਜਪ। ਅਕਾਲ ਪੁਰਖ ਨੇ ਗੁਰੂ ਨਾਨਕ ਨੂੰ ਕਿਹਾ ਹੁਣ ਜਪਣਾ ਸ਼ੁਰੂ ਕਰੋ। ਅਕਾਲ ਪੁਰਖ ਨੇ ਕਿਹਾ ਜਪ। ਗੁਰੂ ਨਾਨਕ ਦੇਵ ਜੀ ਨੇ ਜਪਿਆ। ਕੀ ਕਿਹਾ? ਆਦ ਸੱਚ ਜੁਗਾਦ ਸੱਚ ਹੈ ਭੀ ਸੱਚ
ਨਾਨਕ ਹੋਸੀ ਭੀ ਸੱਚ। ਜਦੋਂ ਉੱਥੇ 1 ਨੰਬਰ ਪਾਤਾ, ਇੱਕ ਪੌੜੀ ਸੰਪੂਰਨ ਹੋ ਗਈ, ਮੰਗਲਾਚਰਨ ਸੰਪੂਰਨ ਹੋ ਗਿਆ, ਸਾਧ ਸੰਗਤ। ਉਸ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਨੇ ਬਾਣੀ ਉਚਾਰਨੀ ਸੀ। ਉੱਥੋਂ ਆਗਿਆ ਲੈ ਕੇ, ਚਰਨਾਂ ਦੇ ਵਿੱਚੋਂ ਆਗਿਆ ਲੈ ਕੇ ਸਾਧ ਸੰਗਤ ਬੜੀ ਮਹਿਮਾ ਹੋਈ, ਬੜਾ ਜਸ, ਬੜੀ ਵਡਿਆਈ। ਉਹ ਸ਼ਬਦ ਜਿਹੜਾ ਤੁਸੀਂ ਪੜ੍ਹਦੇ ਹੋ, ਸੋ ਦਰ ਕੇਖਾ ਸੋ ਕਰ ਕੇਖਾ, ਜਿਤ ਬਹਿ ਸਰਵ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਣ ਖਾਰੇ। ਇਹ ਸਾਰੇ ਦਾ ਸਾਰਾ ਸ਼ਬਦ ਸਤਿਗੁਰਾਂ ਨੇ ਅਕਾਲ ਪੁਰਖ ਦੇ ਸਾਹਮਣੇ ਬਹਿ ਕੇ ਉਚਾਰਨ ਕੀਤਾ, ਅਕਾਲ ਪੁਰਖ ਦੀ ਉਸਤਤ ਕੀਤੀ, ਮਹਿਮਾ ਵਡਿਆਈ ਕੀਤੀ। ਆ ਗੁਰੂ ਨਾਨਕ ਦੇਵ ਜੀ ਵੇਈ ਨਦੀ ਚੋਂ ਬਾਹਰ ਆ ਗਏ। ਹੁਣ ਸਾਰੇ ਕਹਿੰਦੇ ਅਸੀਂ ਤਾਂ ਸੋਚਿਆ ਗੁਰੂ ਨਾਨਕ ਦੇਵ ਕਿਤੇ ਵੇਈ ਨਦੀ ਦੇ ਵਿੱਚ ਰੁੜ ਗਿਆ ਹੋਣਾ, ਇਹ ਤਾਂ ਬਾਹਰ ਆ ਗਿਆ। ਉਹ ਤੁਰਿਆ ਆਉਂਦਾ ਹੈ, ਇੱਕੋ ਵਚਨ ਕਰਦੇ ਆਉਂਦੇ ਨੇ, ਨਾ ਕੋਈ ਹਿੰਦੂ ਨਾ ਮੁਸਲਮਾਨ, ਨਾ ਕੋਈ ਹਿੰਦੂ ਨਾ ਮੁਸਲਮਾਨ, ਨਾ ਕੋਈ ਹਿੰਦੂ ਨਾ ਮੁਸਲਮਾਨ, ਇੱਦਾਂ ਕਹਿੰਦੇ ਆਉਂਦੇ ਨੇ। ਹਿੰਦੂ ਵੀ ਵਿਰੋਧ ਕਰਦੇ ਨੇ ਵੀ ਮੁਸਲਮਾਨ ਤੇ ਹਿੰਦੂ ਇੱਕ ਕਿਵੇਂ ਹੋ ਸਕਦੇ ਹਨ। ਔਰ ਮੁਸਲਮਾਨ ਤਾਂ ਸਾਧ ਸੰਗਤ ਉਦੋਂ ਰਾਜ ਸੀ, ਉਦੋਂ ਰਾਜ ਸੀ ਸਾਧ ਸੰਗਤ ਜੀ ਲੋਧੀਆਂ ਦਾ। ਉਹਨੇ ਤਾਂ ਬੜਾ ਵਿਰੋਧ ਕੀਤਾ। ਵਿਰੋਧ ਕਰਨ ਵਾਲੇ ਵੀ ਬਹੁਤ ਸੀ, ਸੰਤਾਂ ਦਾ ਵਿਰੋਧ ਕਰਨ ਵਾਲੇ ਕਿੰਨੇ ਹੁੰਦੇ ਨੇ, ਧਾਰਮਿਕ ਕੰਮ ਕਰਨ ਵਾਲਿਆਂ ਦੇ ਕਿੰਨੇ ਵਿਰੋਧੀ ਹੁੰਦੇ ਨੇ। ਜਿਵੇਂ ਤੁਸੀਂ ਕਹਿੰਦੇ ਹੋ ਲੁੱਚਾ ਲੰਡਾ ਚੌਧਰੀ, ਉਹ ਕਹਾਵਤ ਪੂਰੀ ਢੁਕਦੀ ਹੈ। ਜਿਹੜੇ ਮਾੜੇ ਕੰਮ ਕਰਨ ਵਾਲੇ ਹੁੰਦੇ ਨੇ ਚੌਧਰੀ ਬਣ ਜਾਂਦੇ ਨੇ, ਔਰ ਜਿਹੜੇ ਕਰਮ ਕਰਨ ਵਾਲੇ ਹੁੰਦੇ ਨੇ ਉਹਨਾਂ ਨੂੰ ਦਬਾ ਲਿਆ ਜਾਂਦਾ ਵੀ ਤੁਸੀਂ ਨਹੀਂ ਕੁਛ ਕਰ ਸਕਦੇ, ਤੁਸੀਂ ਚੁੱਪ ਕਰਕੇ ਬੈਠੋ। ਸਾਧ ਸੰਗਤ ਇਸ ਤਰੀਕੇ ਸਿਰ ਜਦੋਂ ਕਹਿੰਦੇ ਵੀ ਜੇ ਤੂੰ ਮੁਸਲਮਾਨ, ਤੂੰ ਹਿੰਦੂਆਂ ਦੇ ਘਰੇ ਨਹੀਂ ਸੀ ਪੈਦਾ ਹੋਇਆ, ਕਹਿੰਦੇ ਨਾ ਕੋਈ ਹਿੰਦੂ ਨਾ ਮੁਸਲਮਾਨ, ਕਹਿੰਦੇ ਐਂ ਕਰ ਸਾਡੇ ਨਾਲ ਫਿਰ ਮਸੀਤ 'ਚ ਬਹਿ। ਗੁਰੂ ਨਾਨਕ ਨੂੰ ਕਹਿੰਦੇ ਸਾਡੇ ਨਾਲ ਮਸੀਤ ਵਿੱਚ ਬੈਠ, ਚੱਲ ਕੇ ਸਾਡੇ ਨਾਲ ਨਮਾਜ਼ ਪੜ੍ਹ, ਅਸੀਂ ਦੇਖਦੇ ਹਾਂ ਤੇ ਹਿੰਦੂ ਤੇ ਮੁਸਲਮਾਨਾਂ 'ਚ ਤੂੰ ਫਰਕ ਮੰਨਦਾ ਕਿ ਨਹੀਂ, ਅਸੀਂ ਦੇਖਦੇ ਹਾਂ ਤੈਨੂੰ। ਸਾਧ ਸੰਗਤ ਲੈ ਕੇ ਮਸੀਤ ਵਿੱਚ ਚਲੇ ਗਏ। ਆਪ ਜੀ ਵੀ ਚਲੇ ਗਏ ਮਸੀਤ ਦੇ ਵਿੱਚ। ਸਭ ਤੋਂ ਮਗਰ ਖੜੇ ਨੇ ਸਾਰੇ ਮੁਸਲਮਾਨ ਵੀਰ, ਆਓ ਖੜੇ ਨੇ ਸਾਹਮਣੇ, ਪੱਟੀਆਂ ਵਿਛੀਆਂ ਹੋਈਆਂ ਨੇ, ਕੋਈ ਕੋਡੇ ਸਿੱਧੇ ਹੋ ਕੇ ਨਮਾਜ਼ ਅਦਾ ਕਰ ਰਹੇ ਨੇ ਅੱਲਾਹ ਤਾਲਾ ਦੀ। ਸੱਚੇ ਪਾਤਸ਼ਾਹ ਖੜੇ ਰਹੇ, ਸੱਚੇ ਪਾਤਸ਼ਾਹ ਨੇ ਕੋਈ ਨਮਾਜ਼ ਅਦਾ ਨਾ ਕੀਤੀ। ਇਹ ਜਦੋਂ ਐ ਟੇਢੇ ਹੁੰਦੇ ਨੇ, ਇੱਧਰ ਨੂੰ ਗਰਦਨ ਇੱਧਰ ਨੂੰ ਗਰਦਨ, ਐ ਥੱਲੇ ਝੁਕਦੇ ਨੇ, ਪਿੱਛੇ ਨੂੰ ਦੇਖ ਲੈਂਦੇ ਨੇ ਵੀ ਗੁਰੂ ਨਾਨਕ ਤਾਂ ਸਿੱਧਾ ਹੀ ਖੜਾ, ਇਹ ਤਾਂ ਨਮਾਜ਼ ਅਦਾ ਕਰਦਾ ਹੀ ਨਹੀਂ, ਸਿੱਧਾ ਹੀ ਖੜਾ ਹੈ। ਸਾਧ ਸੰਗਤ ਇੱਦਾਂ ਦੇਖ ਦੇਖ ਕੇ ਕਾਜੀ ਨੇ ਵੀ ਔਰ ਜਿਹੜਾ ਨਵਾਬ ਸੀ ਉਹਨੇ ਵੀ, ਬਾਕੀ ਸਭ ਨੇ ਵੀ ਨਮਾਜ਼ ਅਦਾ ਕੀਤੀ। ਇਹ ਦੋਨੋਂ ਗੁਰੂ ਨਾਨਕ ਦੇ ਕੋਲ ਆ ਗਏ। ਆ ਕੇ ਕਹਿੰਦੇ ਗੱਲ ਸੁਣੋ ਜੀ, ਤੁਹਾਨੂੰ ਇਹ ਕਹਿਣਾ ਨਹੀਂ ਸੀ ਚਾਹੀਦਾ ਕਿ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ। ਜੇ ਤੁਹਾਨੂੰ ਨਮਾਜ਼ ਅਦਾ ਨਹੀਂ ਕਰਨੀ ਆਉਂਦੀ ਤਾਂ ਤੁਸੀਂ ਸਾਡੀ ਮਸੀਤ ਵਿੱਚ ਕਿਉਂ ਆਏ, ਤੁਹਾਨੂੰ ਆਉਣਾ ਨਹੀਂ ਸੀ ਚਾਹੀਦਾ। ਮਹਾਰਾਜ ਕਹਿੰਦੇ ਮੈਂ ਨਮਾਜ਼ ਪੜ੍ਹਨ ਆਇਆ ਭਾਈ, ਮੈਂ ਨਮਾਜ਼ ਪੜ੍ਹਨ ਵਾਸਤੇ ਤੁਹਾਡੀ ਮਸੀਤ ਵਿੱਚ ਆਇਆ। ਕਹਿੰਦੇ ਫਿਰ ਪੜ੍ਹੀ ਕਿਉਂ ਨਾ? ਉਹ ਕਹਿਣ ਲੱਗੇ ਤੁਸੀਂ ਨਮਾਜ਼ ਅਦਾ ਕਿਉਂ ਨਾ ਕੀਤੀ? ਮਹਾਰਾਜ ਕਹਿੰਦੇ ਨਮਾਜ਼ ਕਿਹਦੇ ਨਾਲ ਪੜ੍ਹਦਾ ਭਾਈ ਮੈਂ? ਨਵਾਬ ਐ ਛਾਤੀ ਤੇ ਹੱਥ ਮਾਰ ਕੇ ਮੇਰੇ ਨਾਲ ਪੜ੍ਹਦੇ। ਕਾਜੀ ਕਹਿੰਦਾ ਮੇਰੇ ਨਾਲ ਪੜ੍ਹਦੇ ਨਮਾਜ਼, ਕਿਉਂ ਨਹੀਂ ਪੜ੍ਹੀ? ਸਿੱਧੇ ਹੀ ਖੜੇ ਰਹਿ ਗਏ, ਨਮਾਜ਼ ਅਦਾ ਹੀ ਨਹੀਂ ਕੀਤੀ ਤੁਸੀਂ ਤਾਂ। ਮਹਾਰਾਜ ਕਹਿਣ ਲੱਗੇ ਕਾਜੀ ਸਾਹਿਬ ਤੁਹਾਡੇ ਨਾਲ ਨਮਾਜ਼ ਪੜ੍ਹਦੇ? ਕਹਿੰਦੇ ਹਾਂ। ਕਹਿੰਦੇ ਮੈਂ ਲੱਗਿਆ ਸੀ, ਗੁਰੂ ਨਾਨਕ ਕਹਿੰਦੇ ਕਾਜੀ ਨੂੰ, ਮੈਂ ਲੱਗਿਆ ਸੀ ਤੇਰੇ ਨਾਲ ਨਮਾਜ਼ ਪੜ੍ਹਨ। ਮੈਂ ਕੀ ਵੇਖਿਆ? ਜਦੋਂ ਮੈਂ ਨਮਾਜ਼ ਪੜ੍ਹਨ ਲੱਗਿਆ ਤੇਰੇ ਕੋਲ ਨੂੰ ਹੋਇਆ, ਤੇਰੇ ਘਰੇ ਹੁਣੇ ਹੁਣ ਇੱਕ ਘੋੜੀ ਸੂਈ ਹੈ ਔਰ ਤੂੰ ਇੱਥੇ ਮਨ ਵਿੱਚ ਸੋਚਦਾ ਸੀ ਕਿੱਥੇ ਨਵਾਬ ਨੇ ਫਸਾ ਲਿਆ। ਉੱਥੇ ਘੋੜੀ ਸੂਈ ਹੈ, ਜੇ ਬਸ਼ੇਰਾ ਉਹ ਜਿਹੜਾ ਕੋਲ ਟੋਆ ਪੁੱਟਿਆ ਹੋਇਆ ਖੂਹ ਜਿਹਾ ਬਣਿਆ,
ਜੇ ਬਸ਼ੇਰਾ ਖੂਹ ਵਿੱਚ ਡਿੱਗ ਗਿਆ, ਬਸ਼ੇਰਾ ਮਰ ਜੂ, ਮੇਰਾ ਤਾਂ ਸੈਂਕੜੇ ਪੈਸਿਆਂ ਦਾ ਨੁਕਸਾਨ ਹੋ ਜਾਊਗਾ। ਐਵੇਂ ਮੈਨੂੰ ਤਾਂ ਨਵਾਬ ਨੇ ਇੱਥੇ ਉਲਝਾ ਲਿਆ। ਮੈਂ ਤਾਂ ਘਰੇ ਜਾਣਾ ਸੀ, ਘੋੜੀ ਸਾਂਭਣੀ ਹੈ, ਬਛੇਰਾ ਸਾਂਭਣਾ ਹੈ, ਮੈਨੂੰ ਨਵਾਬ ਨੇ ਇੱਥੇ ਫਸਾ ਲਿਆ। ਕਿਉਂ ਕਾਜੀ ਸਾਹਿਬ, ਤੁਹਾਡੇ ਨਾਲ ਨਮਾਜ਼ ਪੜ੍ਹਦਾ ਮੈਂ, ਸੋਚਿਆ ਕਿ ਨਹੀਂ ਸੋਚਿਆ? ਕਹਿੰਦਾ ਹਾਂ ਸੋਚਿਆ। ਸਾਡੇ ਘਰੇ ਘੋੜੀ ਸੂਈ ਹੈ ਔਰ ਮੇਰੇ ਮਨ ਦਾ ਸੰਕਲਪ ਸੀ ਕਿ ਜੇਕਰ ਮੈਂ ਇੱਥੇ ਹੀ ਰਿਹਾ, ਘਰੇ ਕੋਈ ਵੀ ਨਹੀਂ, ਬਸ਼ੇਰਾ ਖੂਹੀ 'ਚ ਡਿੱਗ ਗਿਆ, ਬਸ਼ੇਰਾ ਮਰ ਜੂਗਾ, ਕਿੰਨਾ ਲੰਮਾ ਸਮਾਂ ਮੈਨੂੰ ਹੋਰ ਉਡੀਕ ਕਰਨੀ ਪਊਗੀ ਨਵੇਂ ਬਸ਼ੇਰੇ ਵਾਸਤੇ। ਮੈਨੂੰ ਤਾਂ ਨਵਾਬ ਨੇ ਤੇ ਐਵੇਂ ਫਸਾ ਲਿਆ। ਨੀਵੀਂ ਪਾ ਕੇ ਖੜ ਗਿਆ। ਨਵਾਬ ਛਾਤੀ ਤੇ ਹੱਥ ਮਾਰ ਕੇ ਕਹਿੰਦਾ ਮੈਂ ਤਾਂ ਇੱਥੇ ਹੀ ਸੀ, ਜੇ ਇਹ ਗਿਆ ਸੀ ਘਰੇ, ਦਾ ਮਨ ਗਿਆ ਸੀ ਘਰੇ, ਮੈਂ ਤਾਂ ਇੱਥੇ ਹੀ ਸੀ, ਮੇਰੇ ਨਾਲ ਨਵਾਜ਼ ਪੜ੍ਹਦੇ। ਸਾਧ ਸੰਗਤ ਸਤਿਗੁਰੂ ਕਹਿਣ ਲੱਗੇ ਪੜ੍ਹ ਤਾਂ ਮੈਂ ਤੇਰੇ ਨਾਲ ਵੀ ਲੈਂਦਾ ਨਵਾਜ਼, ਪਰ ਤੂੰ ਸੋਚਦਾ ਸੀ ਇਹ ਨਾਨਕ ਨੇ ਕੀ ਪੁੱਠਾ ਪੰਗਾ ਪਾਇਆ। ਕਿੰਨੀਆਂ ਸੋਹਣੀਆਂ ਸੋਹਣੀਆਂ ਤੁਰਕਸਤਾਨ ਦੀਆਂ ਘੋੜੀਆਂ ਤੇ ਘੋੜੇ ਵਿਕਣੇ ਆਏ ਹੋਏ ਹਨ। ਮੈਂ ਜਾਣਾ ਸੀ ਕਾਬਲ ਕੰਧਾਰ ਘੋੜੇ ਘੋੜੀਆਂ ਖਰੀਦਣ, ਨਾਨਕ ਨੇ ਨਵਾਂ ਹੀ ਪੰਗਾ ਪਾ ਲਿਆ। ਮੈਂ ਤਾਂ ਉੱਥੇ ਘੋੜੀਆਂ ਖਰੀਦਣ ਵਾਸਤੇ ਜਾਣਾ ਸੀ। ਸਾਧ ਸੰਗਤ ਗੁਰੂ ਨਾਨਕ ਕਹਿੰਦੇ ਕਿਉਂ ਭਾਈ ਨਵਾਬ, ਕਿਹਦੇ ਨਾਲ ਅਸੀਂ ਨਵਾਜ਼ ਪੜ੍ਹਦੇ? ਤੇਰਾ ਮਨ ਤਾਂ ਖਰੀਦਦਾ ਸੀ ਘੋੜੇ, ਮੈਂ ਨਵਾਜ਼ ਕਿਹਦੇ ਨਾਲ ਪੜ੍ਹਦਾ? ਕਿੱਥੇ ਜਾਂਦਾ, ਕਿਹਦੇ ਕੋਲ ਜਾਂਦਾ? ਦੋਨੋਂ ਜਾਣਿਆਂ ਦੀਆਂ ਨੀਵੀਆਂ ਪੈ ਗਈਆਂ ਵੀ ਵਾਕਈ ਅਸੀਂ ਉੱਤੋਂ ਉੱਤੋਂ ਦਿਖਾਵਾ ਕਰਦੇ ਹਾਂ, ਕੰਸਨਟ੍ਰੇਸ਼ਨ ਹੈ ਨਹੀਂ ਸਾਡੇ ਕੋਲ, ਧਿਆਨ ਦੀ ਇਕਾਗਰਤਾ ਹੈ ਨਹੀਂ ਸਾਡੇ ਕੋਲ। ਜੇਕਰ ਅਸੀਂ ਧਿਆਨ ਦੀ ਇਕਾਗਰਤਾ ਨਾਲ ਨਮਾਜ਼ ਪੜ੍ਹਦੇ ਹੁੰਦੇ ਤਾਂ ਗੁਰੂ ਨਾਨਕ ਦੇਵ ਜੀ ਦੇ ਇਹਨਾਂ ਸਵਾਲਾਂ ਦਾ ਅਸੀਂ ਜਵਾਬ ਦੇ ਸਕਦੇ ਸੀ। ਸਾਧ ਸੰਗਤ ਉਦੋਂ ਤੋਂ ਫਿਰ ਗੁਰੂ ਨਾਨਕ ਨੇ ਧਰਮ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ। ਨਾਲ ਸਾਥੀ ਲੈ ਲਿਆ ਭਾਈ ਮਰਦਾਨਾ। ਸਾਧ ਸੰਗਤ ਮਰਦਾਨੇ ਨੂੰ ਕਹਿੰਦੇ ਜਾ ਬੇਬੇ ਕੋਲੇ ਜਾ, 8 ਆਨੇ ਲੈ ਕੇ ਆ, ਤੂੰ ਬੜਾ ਵਧੀਆ ਸਾਜੀ ਹੈ, ਬੜੇ ਸੋਹਣੇ ਸਾਜ਼ ਵਜਾਉਂਦਾ ਹੈ। ਕਹਿੰਦਾ ਹਾਂ ਮਹਾਰਾਜ ਮੈਂ ਸਾਜ਼ ਵਜਾਉਂਦਾ ਹਾਂ। ਕਹਿੰਦੇ ਮੈਨੂੰ ਇੱਕ ਸਾਜੀ ਚਾਹੀਦਾ ਹੈ, ਸਾਜ਼ ਵਜਾਉਣ ਵਾਲਾ, ਸਦਾ ਮੇਰੇ ਨਾਲ ਰਵੇ। ਐ ਮਰਦਾਨਿਆਂ ਮੇਰੇ ਨਾਲ ਰਵੇਂਗਾ। ਉਹਦੀ ਵੀ ਇੱਕ ਸਾਖੀ ਹੈ, ਜੇ ਮਰਦਾਨੇ ਤੇ ਮੈਂ ਬੋਲਣ ਲੱਗਾ ਘੰਟਾ ਬੋਲ ਸਕਦਾ। ਸਾਧ ਸੰਗਤ ਜਦੋਂ ਉਹ ਸਾਖੀ ਟੂਕ ਮਾਤਰ ਮੈਂ ਵਿੱਚ ਦੀ ਲੰਘ ਜਾਣਾ, ਜਦੋਂ ਗੁਰੂ ਨਾਨਕ ਦੇਵ ਜੀ ਮਰਦਾਨੇ ਦੇ ਘਰ ਦੇ ਅੱਗਿਓਂ ਦੀ ਲੰਘੇ ਜਾ ਰਹੇ ਸੀ, ਮਾਂ ਆਵਾਜ਼ਾਂ ਦਵੇ, ਉਹ ਮਰ ਜਾਣਿਆ ਕਿੱਥੇ ਹੈ ਤੂੰ, ਉਹ ਮਰ ਜਾਣਿਆ ਆ ਜਾ, ਮਰਦਾ ਨਾ ਆ ਜਾ। ਗੁਰੂ ਨਾਨਕ ਕਹਿੰਦੇ ਬੇਬੇ ਆਹ ਕਿਹੋ ਜਿਹੀਆਂ ਗੱਲਾਂ ਬੋਲਦੀ ਐ ਤੂੰ, ਕਿਹੋ ਜਿਹਾ ਨਾਮ ਕਿਹਨੂੰ ਬੁਲਾਉਣੀ ਹੈ? ਕਹਿੰਦੀ ਮੈਂ ਆਪਦੇ ਲਾਡਲੇ ਪੁੱਤਰ ਨੂੰ ਬੁਲਾਉਣੀ ਆ। ਮਹਾਰਾਜ ਕਹਿੰਦੇ ਪੁੱਤਰ ਲਾਡਲਾ ਤੇ ਤੂੰ ਕਹਿੰਦੀ ਆ ਮਰ ਜਾਣਾ। ਉਹ ਕਹਿੰਦੀ ਕੀ ਦੱਸਾਂ ਨਾਨਕ, ਮੇਰੇ ਘਰੇ 6 ਪੁੱਤ ਪੈਦਾ ਹੋਏ, ਬੜੇ ਸੋਹਣੇ ਸੋਹਣੇ ਨਾਂ ਰੱਖੇ ਮੈਂ ਉਹਨਾਂ ਦੇ, 6 ਦੇ 6 ਹੀ ਮਰ ਗਏ। ਮਰ ਤਾਂ ਇਹਨੇ ਵੀ ਜਾਣਾ ਹੀ ਹੈ, ਮੈਂ ਇਸ ਕਰਕੇ ਉਹਨੂੰ ਮਰ ਜਾਣਾ ਕਹਿ ਕੇ ਬੁਲਾਉਣੀ ਆ ਵੀ ਮਰ ਤਾਂ ਜਾਣਾ ਹੀ ਹੈ। ਗੁਰੂ ਨਾਨਕ ਕਹਿੰਦੇ ਬੇਬੇ ਜੇ ਇਹ ਪੁੱਤ ਤੂੰ ਮੈਨੂੰ ਦੇ ਦੇਵੇਂ, ਮੈਂ ਇਹਨੂੰ ਮਰਦਾ ਨਾ ਬਣਾ ਦੇਵਾਂ ਵੀ ਕਦੇ ਮਰਨਾ ਹੀ ਨਹੀਂ। ਬੇਬੇ ਕਹਿੰਦੀ ਇਦੂ ਕੀ ਚਾਹੀਦਾ, ਕਦੇ ਕਦੇ ਮਿਲਾ ਕੇ ਲੈ ਜਾ ਕਰੀ, ਲੈ ਜਾ ਪੁੱਤ ਪਰ ਮਰੇ ਨਾ, ਪੂਰੀ ਉਮਰ ਭੋਗ ਕੇ ਜਾਵੇ ਸੰਸਾਰ ਤੋਂ, ਮਰੇ ਨਾ। ਮਹਾਰਾਜ ਕਹਿੰਦੇ ਆ ਜਾ ਬਈ। ਬੇਬੇ ਕਹਿੰਦੀ ਜਾ ਮਰ ਜਾਣਿਆ, ਨਾਨਕ ਨਾਲ ਚਲਿਆ ਜਾ। ਬਾਬਾ ਕਹਿੰਦਾ ਬੇਬੇ ਹੁਣ ਇਹਨੂੰ ਮਰ ਜਾਣਿਆ ਨਾ ਕਹਿ, ਹੁਣ ਕਹਿ ਮਰਦਾ ਨਾ, ਇਹਨੇ ਮਰਨਾ ਨਹੀਂ ਕਦੇ, ਮਰਦਾ ਨਾ, ਇਹਨੂੰ ਕਹਿ ਵੀ ਹੁਣ ਤੂੰ ਕਦੇ ਮਰਨਾ ਨਹੀਂ, ਗੁਰੂ ਨਾਨਕ ਦੀ ਚਰਨ ਸ਼ਰਨ ਵਿੱਚ ਚਲਿਆ ਜਾ। ਸਾਧ ਸੰਗਤ ਉਸੇ ਦਿਨ ਤੋਂ ਮਰ ਜਾਣੇ ਦਾ ਨਾਮ ਬਦਲ ਕੇ ਮਰਦਾਨਾ ਰੱਖ ਦਿੱਤਾ। 8 ਆਨੇ ਲਏ ਬੇਬੇ ਤੋਂ, ਬੇਬੇ ਤੋਂ 8 ਆਨੇ ਲੈ ਕੇ
ਕਹਿੰਦੇ ਜਾ ਫਲਾਣੇ ਫਲਾਣੇ ਪਿੰਡ ਵਿੱਚ ਜਾ ਕੇ ਮੇਰੇ ਵਾਸਤੇ ਰਬਾਬ ਲੈ ਕੇ ਆ। ਸਾਧ ਸੰਗਤ ਕਹਿੰਦਾ ਜੀ ਰਬਾਬ ਕੀ ਹੁੰਦੀ ਹੈ, ਕਿਹੋ ਜਿਹੀ ਹੁੰਦੀ ਹੈ, ਕਿਵੇਂ ਵੱਜਦੀ ਹੈ? ਬਚਨ ਹੀ ਚੱਲਦੇ ਸੀ। ਪਰਮੇਸ਼ਰ ਇੱਕ ਰਬਾਬ ਵਜਾਉਣ ਵਾਲੇ ਦਾ ਰੂਪ ਧਾਰਨ ਕਰਕੇ ਆ ਗਿਆ। ਕੋਲ ਖੜੇ ਨੇ ਰਬਾਬ ਵਜਾਈ, ਸਮਾਧੀਆਂ ਲੱਗ ਗਈਆਂ। ਗੁਰੂ ਨਾਨਕ ਦੀ 8 ਪਹਿਰ ਸਮਾਧੀ ਲੱਗੀ ਰਹੀ, ਮਰਦਾਨੇ ਦੀ ਸਮਾਧੀ ਲੱਗੀ ਰਹੀ। ਜਿਹੜੇ ਪੰਛੀ ਉੱਡੇ ਜਾਂਦੇ ਸੀ ਬੈਠ ਗਏ ਦਰਖਤਾਂ ਤੇ, ਗਏ ਨਹੀਂ। ਰਬਾਬ ਸੁਣ ਕੇ 8 ਪਹਿਰਾਂ ਦਾ ਚੌਂਕੜਾ ਲਾ ਕੇ ਫੇਰ ਗਏ, ਭਾਵ 8 ਪਹਿਰ ਬੈਠੇ ਹੀ ਰਹੇ ਉੱਥੇ। ਫੇਰ ਕਹਿਣਾ ਕੀਤਾ, ਮਰਦਾਨਿਆ ਆ ਹੁੰਦੀ ਹੈ ਰਬਾਬ। ਉਹਨੂੰ ਕਹਿੰਦੇ ਭਾਈ ਇਹ ਰਬਾਬ ਦਈ ਮਰਦਾਨੇ ਨੂੰ। ਜਦੋਂ ਮਰਦਾਨੇ ਨੇ ਰਬਾਬ ਦੀਆਂ ਸੁਰਾਂ ਤੇ ਹੱਥ ਰੱਖਿਆ, ਆਨੰਦ ਬਣ ਗਿਆ, ਰਸ ਬਣ ਗਿਆ। ਉਹ ਪ੍ਰੇਮੀ ਕਵੇ ਰਬਾਬ ਲੈ ਲਓ, ਇਹ ਲੈ ਲਓ, ਰੱਖ ਲਓ ਤੁਸੀਂ ਰਬਾਬ। ਗੁਰੂ ਨਾਨਕ ਕਹਿੰਦੇ ਇਹ ਨਹੀਂ ਲੈਣੀ, ਇਹ ਰਬਾਬ ਨਹੀਂ ਲੈਣੀ, ਜਾ ਰਬਾਬ ਲੈ ਕੇ ਆ ਲੈ ਫੜ ਬੇਬੇ ਦੇ 8 ਆਨੇ, ਇਹ ਲੈ ਕੇ ਜਾ, ਨਵੀਂ ਰਬਾਬ ਲੈ ਕੇ ਆ। ਉਹਨੂੰ ਰਬਾਬ ਦੇਤੀ, ਨਵੀਂ ਰਬਾਬ ਲੈਣ ਚਲੇ ਗਏ। ਜਦੋਂ ਪਿੰਡ ਪਿੰਡ ਜਾ ਕੇ ਮੰਗਦਾ ਨਾ ਭਾਈ ਮਰਦਾਨਾ ਰਬਾਬ, ਇਹ ਅਸੀਂ ਸਾਰੀ ਕਥਾ ਕੀਤੀ ਹੈ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ, ਇਸੀ ਚੈਨਲ ਤੇ ਆਪਣੇ ਤੇ ਸੰਤ ਆਸ਼ਰਮ ਮਲੇਸ਼ੀਆ ਟੀਵੀ ਚੈਨਲ YouTube ਤੇ ਸਾਰੇ ਜੀਵਨ ਦੀ ਕਥਾ ਕੀਤੀ ਹੈ। ਤਕਰੀਬਨ ਸਾਨੂੰ 108 ਘੰਟੇ ਲੱਗੇ ਨੇ ਉਹ ਕਥਾ ਕਰਨ ਵਾਸਤੇ। ਕਰਮਾਂ ਵਾਲਿਆਂ ਨੇ ਉਹ ਕਥਾ ਹਰ ਰੋਜ਼ ਸੁਣੀ, ਬਹੁਤ ਸੰਗਤ ਨੇ ਅੱਗੇ ਤੋਂ ਅੱਗੇ ਭੇਜੀ ਵੀ, ਸੁਣ ਕੇ ਦੇਖੋ ਗੁਰੂ ਨਾਨਕ ਦੇ ਜੀਵਨ ਦਾ ਕਿਆ ਹੀ ਆਨੰਦ ਬਣਦਾ ਹੈ। ਸਾਧ ਸੰਗਤ ਫਿਰ ਉਹ ਇੱਕ ਪਿੰਡ 'ਚ ਜਾ ਕੇ ਕਹਿੰਦਾ ਰਬਾਬ ਲੈਣੀ। ਤੂੰ ਕੌਣ ਹੈ? ਮੈਂ ਜੀ ਗੁਰੂ ਨਾਨਕ ਨਾਲ ਰਹਿਣਾ, ਮੈਂ ਜੀ ਡੂਮ ਹੁੰਨਾ, ਡੂਮ ਮਰਾਸੀ ਹਾਂ ਮੈਂ। ਕਹਿੰਦੇ ਇਹ ਨਾਨਕ ਦਾ ਮਰਾਸੀ ਤੁਰਿਆ ਫਿਰਦਾ, ਨਾਨਕ ਦਾ ਡੂਮ ਤੁਰਿਆ ਫਿਰਦਾ। ਨਾਨਕ ਨੇ ਪਤਾ ਨਹੀਂ ਕੀ ਲੈਣ ਵਾਸਤੇ ਭੇਜਤਾ, ਇਹਨੂੰ ਮਿਲ ਨਹੀਂ ਰਿਹਾ। ਲੋਕੀ ਤਾਨੇ ਮਿਹਣੇ ਮਾਰ ਰਹੇ ਨੇ। ਇੱਕ ਪਿੰਡ ਵਿੱਚ ਗਿਆ, 2 'ਚ ਗਿਆ, 10 'ਚ ਗਿਆ, ਵਾਪਸ ਮੁੜ ਆਇਆ। ਆ ਕੇ ਕਹਿੰਦਾ ਵੀ ਮੇਰੀ ਬੇਨਤੀ ਹੈ ਮਹਾਰਾਜ, ਮੈਨੂੰ ਨਹੀਂ ਰਬਾਬ ਮਿਲੀ ਕਿਤੋਂ, ਕਿਰਪਾ ਕਰਕੇ ਦਬਾਓ। ਫਿਰ ਸਾਧ ਸੰਗਤ ਨਾਰਦ ਮੁਨੀ ਇੱਕ ਫਰਿੰਦੇ ਦਾ ਰੂਪ ਧਾਰਨ ਕਰਕੇ ਆਇਆ। ਉਹਦਾ ਨਾਮ ਸੀ ਫਰਿੰਦਾ ਰਬਾਬੀ। ਉਹ ਆਇਆ, ਉਹਦੇ ਕੋਲ ਰਬਾਬ ਚੱਕੀ ਹੋਈ ਹੈ। ਲਿਆ ਕੇ ਗੁਰੂ ਨਾਨਕ ਦੇਵ ਜੀ ਨੂੰ ਰਬਾਬ ਮੱਥਾ ਟੇਕ ਦਿੱਤੀ, ਮਰਦਾਨੇ ਨੂੰ ਫੜਾ ਦਿੱਤੀ ਗੁਰੂ ਨਾਨਕ ਨੇ। ਕਹਿੰਦੇ ਵਜਾ ਕੇ ਦਿਖਾ। ਹੁਣ ਉਹ ਵਜਾਉਂਦਾ ਹੈ, ਸਮਾਧੀਆਂ ਲੱਗਦੀਆਂ ਨੇ। ਫਰਿੰਦਾ ਮੱਥਾ ਟੇਕ ਕੇ ਸਾਧ ਸੰਗਤ ਜਿਹੜਾ ਨਾਰਦ ਮੁਨੀ ਸੀ, ਜਿਹੜਾ ਜਾਪ ਕਰਦਾ ਹੁੰਦਾ ਸੀ ਨਾਰਾਇਣ ਨਾਰਾਇਣ, ਉਹ ਰਬਾਬ ਦਾ ਮੱਥਾ ਟੇਕ ਕੇ ਚਲਿਆ ਜਾਂਦਾ ਹੈ। ਔਡੀ ਕੁ ਦੂਰ ਜਾ ਕੇ ਦਿਖਣੋਂ ਹਟ ਜਾਂਦਾ ਹੈ। ਉਸੇ ਦਿਨ ਤੋਂ ਭਾਈ ਮਰਦਾਨਾ ਗੁਰੂ ਨਾਨਕ ਦੇ ਕੋਲ ਬਹਿ ਗਿਆ। ਸਭ ਤੋਂ ਪਹਿਲਾਂ ਜਿਹੜੀ ਬਾਣੀ ਦੀ ਤੁਕ ਗੁਰੂ ਨਾਨਕ ਦੇ ਮੁਖ ਚੋਂ ਨਿਕਲਦੀ ਹੈ, ਕਿੰਨਾ ਕਰਮਾਂ ਵਾਲਾ ਭਾਈ ਮਰਦਾਨਾ। ਪਹਿਲਾਂ ਉਹ ਗੁਰਬਾਣੀ ਦੀ ਤੁਕ ਭਾਈ ਮਰਦਾਨੇ ਦੇ ਕੰਨਾਂ 'ਚ ਪੈਂਦੀ ਹੈ। ਗੁਰੂ ਨਾਨਕ ਉਚਾਰਦੇ ਨੇ। ਗੁਰੂ ਨਾਨਕ ਨੇ ਸਾਧ ਸੰਗਤ ਜਦੋਂ ਬਾਣੀ ਉਚਾਰਨ ਕੀਤੀ ਨਾ 19 ਰਾਗਾਂ ਦੇ ਵਿੱਚ, 19 ਦੇ 19 ਰਾਗ ਭਾਈ ਮਰਦਾਨੇ ਨੂੰ ਪਹਿਲਾਂ ਹੀ ਆਉਂਦੇ ਨੇ। ਸੱਚੇ ਪਾਤਸ਼ਾਹ ਜਿਹੜੇ ਰਾਗ 'ਚ ਬਾਣੀ ਉਚਾਰਦੇ, ਭਾਈ ਮਰਦਾਨਾ ਉਸੇ ਰਾਗ 'ਚ ਰਬਾਬ ਵਜਾ ਦਿੰਦਾ। ਜ਼ਿੰਦਗੀ ਲਾਤੀ ਭਾਈ ਮਰਦਾਨੇ ਨੇ। ਫਿਰ ਸੱਚੇ ਪਾਤਸ਼ਾਹ ਜਿਹੜੀ ਬਾਣੀ ਉਚਾਰਨ ਕਰਦੇ ਲਿਖ ਲੈਂਦੇ, ਕੋਲ ਰੱਖਦੇ। ਫਿਰ ਜਦੋਂ ਦੂਸਰੇ ਪਾਤਸ਼ਾਹ ਨੂੰ ਗੁਰਤਾ ਗੁਰਗੱਦੀ ਦਿੱਤੀ, ਦੱਸਿਆ ਗਿਆ ਅਸੀਂ ਫਲਾਣੇ ਫਲਾਣੇ ਥਾਵੇਂ ਗਏ, ਉਹ ਸਾਰੀ ਕਥਾ ਹੈ। ਇੱਕ ਕਥਾ ਹੈ ਭਾਈ ਬਾਲੇ ਵਾਲੀ ਜਨਮ ਸਾਖੀ, ਉਹਦੇ 'ਚ ਲਿਖਿਆ ਹੈ ਜਦੋਂ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੁਰਗੱਦੀ ਮਿਲ ਗਈ ਸੀ, ਮਹਾਰਾਜ ਉਦਾਸ ਰਹਿਣ ਲੱਗ ਗਏ ਸੀ ਬਹੁਤ ਜ਼ਿਆਦਾ। ਕਹਿੰਦੇ ਮੈਨੂੰ ਕੋਈ ਐਸਾ ਸਿੱਖ ਮਿਲਾਓ ਜਿਹਨੇ ਸਾਰੀ ਜ਼ਿੰਦਗੀ ਗੁਰੂ ਨਾਨਕ ਦੇਵ ਜੀ ਦੇ ਨਾਲ ਲਗਾ ਦਿੱਤੀ ਹੋਵੇ। ਤੇ ਉਧਰ ਭਾਈ ਬਾਲਾ ਵੀ ਬੜਾ ਉਦਾਸ ਰਹਿੰਦਾ ਸੀ, ਆਪਦੇ ਪਿੰਡ 'ਚ ਲੈ ਗਿਆ ਸੀ। ਜਦੋਂ ਗੁਰੂ ਨਾਨਕ ਨੇ ਆਪਣੀ ਜੋਤ ਦੂਸਰੇ ਪਾਤਸ਼ਾਹ 'ਚ ਰੱਖੀ, ਸਰੀਰਕ ਚੋਲਾ ਬਦਲਿਆ,
ਤੇ ਭਾਈ ਬਾਲਾ ਆਪਦੇ ਪਿੰਡ ਚਲਿਆ ਗਿਆ ਸੀ। ਇਹ ਜੱਟ ਸੀ, ਸੰਧੂ ਗੋਤ ਸੀ ਇਹਦਾ। ਇਹ ਆਪਦੇ ਘਰੇ ਰਹਿਣ ਲੱਗ ਗਿਆ ਸੀ। ਹੁਣ ਉਦਾਸ ਹੈ। ਕਈ ਸੰਗਤਾਂ ਗੁਰੂ ਅੰਗਦ ਦੇਵ ਦੇ ਦਰਸ਼ਨ ਕਰਕੇ ਜਾਂਦੀਆਂ ਨੇ ਤਲਵੰਡੀ, ਉਹ ਵੀ ਤਲਵੰਡੀ ਦਾ ਹੀ ਸੀ, ਪਿੰਡ ਦਾ ਹੀ ਸੀ। ਇਹ ਭਾਈ ਮਰਦਾਨਾ ਵੀ ਪਿੰਡ ਦਾ ਹੀ ਸੀ, ਤਲਵੰਡੀ ਦਾ ਹੀ ਸੀ। ਸਾਧ ਸੰਗਤ ਹੁਣ ਸੰਗਤਾਂ ਨੂੰ ਪੁੱਛਦੇ ਐ, ਭਾਈ ਬਾਲਾ ਜੀ ਜਿਹੜੇ ਗੁਰੂ ਨੂੰ ਤੂੰ ਮੱਥਾ ਟੇਕ ਕੇ ਆਇਆ, ਕੀ ਇਹ ਮੇਰੇ ਨਾਨਕ ਵਰਗਾ ਹੀ ਹੈ? ਫਿਰ ਉਹ ਦੱਸਦੇ ਨੇ, ਕਹਿੰਦੇ ਹਾਂ, ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਉਹੀ ਜੋਤ ਹੈ, ਉਹੀ ਸ਼ਕਤੀ ਹੈ, ਉਹੀ ਕਰਮ ਨੇ ਸਰੀਰ ਹੀ ਬਦਲੀ ਕੀਤਾ। ਬਾਬਾ ਜੀ ਕਹਿੰਦੇ ਹੁੰਦੇ, ਦੇਹੀ ਦੇ ਰੂਪ ਵਟਾਉਂਦਾ, ਜੋਤ ਤਾਂ ਉਹੀ ਹੈ। ਕਈ ਵਿਚਾਰੇ ਪ੍ਰਚਾਰਕ ਕਹਿਣਗੇ ਪੰਜਵੀਂ ਜੋਤ ਗੁਰੂ ਅਰਜਨ ਦੇਵ ਜੀ, ਸੱਤਵੀਂ ਜੋਤ ਗੁਰੂ ਹਰ ਰਾਏ ਜੀ, ਨੌਵੀਂ ਜੋਤ ਗੁਰੂ ਤੇਗ ਬਹਾਦਰ। ਦੱਸੋ ਇੰਨੀਆਂ ਜੋਤਾਂ ਆਈਆਂ? ਹੈ ਪ੍ਰਚਾਰਕ, ਤੁਹਾਨੂੰ ਇੰਨੀ ਗੱਲ ਦਾ ਨਹੀਂ ਪਤਾ ਵੀ ਜੋਤ ਇੱਕੋ ਹੀ ਸੀ? ਇੱਕੋ ਹੀ ਜੋਤ ਸੀ। ਅਕਾਲ ਪੁਰਖ ਦੇ ਵਿੱਚੋਂ ਆਪ ਨਾਰਾਇਣ ਕਲਾਧਾਰ, ਇੱਕੋ ਹੀ ਜੋਤ ਸੀ ਗੁਰੂ ਨਾਨਕ ਦੇ ਵਿੱਚ। ਉਹੀ ਜੋਤ ਸਾਰੀਆਂ ਸ਼ਕਤੀਆਂ, ਸਾਰੀ ਨੌਲੇਜ ਦੂਸਰੇ ਪਾਤਸ਼ਾਹ 'ਚ ਸਥਾਪਿਤ ਕਰ ਦਿੱਤੀ। ਸਰੀਰ ਕਚੋਲਾ ਛੱਡਿਆ। ਸਰੀਰ ਪਹਿਲਾ, ਦੂਜਾ, ਤੀਜਾ, ਚੌਥਾ ਹੋ ਸਕਦਾ ਹੈ। ਜੋਤਾਂ ਥੋੜ੍ਹਾ ਚੌਥੀ, ਪੰਜਵੀਂ, ਛੇਵੀਂ ਹੋ ਸਕਦੀ ਹੈ। ਕਈ ਮੂਰਖ ਵਿਚਾਰੇ ਕਹਿਣਗੇ ਪੰਜਵੀਂ ਜੋਤ ਸ਼੍ਰੀ ਗੁਰੂ ਅਰਜਨ ਦੇਵ ਜੀ, ਪੰਜਵੀਂ ਜੋਤ ਲੋੜਾ ਆ ਗਿਆ, ਇੰਨੀਆਂ ਜੋਤਾਂ। ਫਿਰ ਤਾਂ ਜੋਤਾਂ ਹੀ ਜੋਤਾਂ ਇਕੱਠੀਆਂ ਹੋ ਗਈਆਂ। ਸਾਧ ਸੰਗਤ ਜੋਤ ਇੱਕੋ ਹੀ ਹੈ। ਉਹ ਜੋਤ ਹੀ ਤਾਂ ਸ਼ਕਤੀ ਹੈ, ਜੋਤ ਹੀ ਤਾਂ ਗੁਰੂ ਹੈ, ਜੋਤ ਹੀ ਤਾਂ ਅਕਾਲ ਪੁਰਖ ਹੈ। ਦੂਸਰੇ ਪਾਤਸ਼ਾਹ 'ਚ ਜੋਤ ਸਥਾਪਿਤ ਕਰ ਦਿੱਤੀ। ਹੁਣ ਭਾਈ ਬਾਲੇ ਦਾ ਮਨ ਕੀਤਾ ਮੈਂ ਵੀ ਜਾ ਕੇ ਮਿਲਾਂ ਦੂਸਰੇ ਪਾਤਸ਼ਾਹ ਨੂੰ, ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ, ਮੈਂ ਵੀ ਜਾ ਕੇ ਦਰਸ਼ਨ ਦੀਦਾਰ ਕਰਾਂ। ਸਾਧ ਸੰਗਤ ਜਦੋਂ ਦੂਸਰੇ ਪਾਤਸ਼ਾਹ ਕੋਲ ਆ ਕੇ ਮੱਥਾ ਟੇਕਿਆ, ਮਹਾਰਾਜ ਜੀ ਕਹਿੰਦੇ ਭਾਈ ਕੀ ਨਾਂ ਹੈ ਤੇਰਾ? ਇਹ ਬਾਅਦ 'ਚ ਆਏ ਸੀ। ਸ਼੍ਰੀ ਗੁਰੂ ਅੰਗਦ ਦੇਵ ਭਾਵ ਭਾਈ ਲਹਿਣਾ, ਇਹ ਬਾਅਦ 'ਚ ਆਏ ਸੀ। ਭਾਈ ਲਹਿਣਾ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੀ ਸੰਗਤ 'ਚ ਬਾਅਦ 'ਚ ਆਏ। ਭਾਈ ਬਾਲਾ ਪਹਿਲਾਂ ਸੀ। ਸਾਧ ਸੰਗਤ ਕਿਹੜੇ ਪਿੰਡੋਂ ਆਇਆ ਹੈ? ਤਲਵੰਡੀ ਤੋਂ। ਓਹੋ, ਮੇਰੇ ਗੁਰੂਆਂ ਦੇ ਪਿੰਡੋਂ, ਮੇਰੇ ਮੁਰਸ਼ਿਦ ਦੇ ਪਿੰਡੋਂ। ਮੈਂ ਬੇਨਤੀ ਕਰਨੀ ਚਾਹੁੰਦਾ, ਮੇਰੇ ਗੁਰੂਆਂ ਦੀ ਕੋਈ ਕਥਾ ਸੁਣਾ, ਮੇਰੇ ਗੁਰੂਆਂ ਦੀ ਕੋਈ ਵਾਰਤਾ ਸੁਣਾ। ਇਤਿਹਾਸਕਾਰ ਕਹਿੰਦਾ ਚੂੜਾਮਣੀ ਕ੍ਰਿਤ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਦੇ ਹੈ, ਕਹਿੰਦੇ ਜਦੋਂ ਕਥਾ ਸੁਣਾਉਣੀ ਸ਼ੁਰੂ ਕੀਤੀ ਨਾ ਗੁਰੂ ਨਾਨਕ ਦੇਵ ਜੀ ਦੀ, 12 ਘੰਟੇ ਲਗਾਤਾਰ ਕਥਾ ਸੁਣਾਈ। 8 ਪਹਿਰ 12 ਘੰਟੇ ਸੰਗਤ ਵੀ ਸਮਾਧੀ ਲਾ ਕੇ ਬਹਿ ਗਈ। ਗੁਰੂ ਮਹਾਰਾਜ ਵੀ ਤੇ ਭਾਈ ਬਾਲਾ ਵੀ ਸਮਾਧੀ 'ਚ ਲੀਨ ਹੋ ਗਿਆ। ਕਥਾ ਸੁਣਾਉਂਦਾ ਗਿਆ। ਸਾਧ ਸੰਗਤ ਦੇਸ਼ ਕਾਲ ਵਸਤੂ ਸਭੇ ਕੁਛ ਭੁੱਲ ਗਿਆ। ਯਾਦ ਹੀ ਨਾ ਰਹੇਗਾ ਮੈਂ ਕਿੱਥੇ ਬੈਠਾ, ਇਹ ਥਾਂ ਕਿਹੜੀ ਹੈ, ਇਹ ਸੱਚਖੰਡ 'ਚ ਬੈਠੇ ਆ ਕਿ ਮਾਤ ਲੋਕ 'ਤੇ ਬੈਠੇ ਆ। ਕਥਾ ਗੁਰੂ ਨਾਨਕ ਦੀ ਹੋ ਰਹੀ ਕਿ ਗੁਰੂ ਨਾਨਕ ਹੀ ਸੁਣ ਰਹੇ ਨੇ। ਕਥਾ ਸੁਣਾਈ ਗਏ। ਫਿਰ ਰੋਜ਼ ਉੱਥੇ ਸਵੇਰੇ ਸ਼ਾਮ ਕਥਾ ਕਰਦੇ। ਸਾਰੇ ਦਾ ਸਾਰਾ ਜੀਵਨ ਭਾਈ ਬਾਲੇ ਨੇ ਸੁਣਾਇਆ, ਨਾਲੇ ਦੱਸਿਆ ਕਿ ਗੁਰੂ ਨਾਨਕ ਨੇ ਕਿੱਥੇ ਬਾਣੀ ਉਚਾਰਨ ਕੀਤੀ। ਜਦੋਂ ਸੱਜਣ ਠੱਗ ਕੋਲ ਗਏ, ਉੱਥੇ ਬਾਣੀ ਉਚਾਰਨ ਕੀਤੀ। ਸੂਹੀ ਮਹੱਲਾ ਪਹਿਲਾ, ਉਜਲ ਕਹਿਹਾਂ ਚਿਲਕਣਾ ਕੋਟਿਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ, ਜੇ 100 ਧੋਵਾਂ ਤੇ ਸੱਜਣ ਸਈ ਨਾਲ ਮੈਂ, ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਜਦੋਂ ਮਹਾਰਾਜ ਕੌਡੇ ਰਾਖਸ਼ ਕੋਲੇ ਗਏ, ਜਦੋਂ ਮਰਦਾਨੇ ਨੂੰ ਪਕੜਿਆ ਹੋਇਆ ਸੀ ਤੇ ਤੇਲ ਦੇ ਵਿੱਚ ਡੁਬੋ ਕੇ ਫਰਾਈ ਕਰਕੇ ਖਾਣ ਦੀ ਤਿਆਰੀ ਕਰ ਰਿਹਾ ਸੀ, ਆਓ ਗੁਰੂ ਨਾਨਕ ਆ ਗਏ। ਆ ਕੇ ਕਹਿੰਦੇ ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਉਹ ਤਪਦਾ ਹੋਇਆ ਤੇਲ ਦਾ ਕੜਾਹਾ ਠੰਡਾ ਠਾਰ ਕਰ ਦਿੱਤਾ। ਸਾਧ ਸੰਗਤ ਕਹਿਣ ਤੋਂ ਭਾਵ ਜਿੱਥੇ ਜਿੱਥੇ ਗੁਰੂ ਨਾਨਕ ਗਏ, ਆ ਦਪਾਲਪੁਰ ਦੇ ਕੋੜੀ ਕੋਲ ਗਏ ਸੀ, ਪ੍ਰੇਮੇ ਕੋਲੇ। ਦਪਾਲਪੁਰ ਪਾਕਿਸਤਾਨ ਦੇ ਵਿੱਚ ਹੈ। ਸਾਧ ਸੰਗਤ ਉੱਥੇ ਜਦੋਂ ਮਹਾਰਾਜ ਗਏ, ਉਹਦੇ ਸਾਰੇ ਸਰੀਰ ਤੇ ਕੋੜ ਚੱਲਦਾ।
ਕੋਈ ਕੋਲੇ ਵੀ ਨਹੀਂ ਆਉਂਦਾ ਵੀ ਜਿਹਨੂੰ ਹਵਾ ਲੱਗ ਕੇ ਸਾਨੂੰ ਲੱਗੀ, ਕੋੜ ਹੀ ਨਾ ਪੈ ਜੇ ਕਿਤੇ। ਸਾਧ ਸੰਗਤ ਜਦੋਂ ਉਹਦਾ ਉਧਾਰ ਕਰਨ ਲੱਗੇ, ਉੱਥੇ ਉਚਾਰਨ ਕੀਤਾ ਮਹਾਰਾਜ ਨੇ, ਸੱਚੇ ਪਾਤਸ਼ਾਹ ਨੇ ਕਹੇਗਾ, ਜੈ ਤਨ ਬਾਣੀ ਬਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਬਹੁਤਾ ਬੋਲਣ ਝੱਖਣ ਹੋਏ, ਬਿਨ ਬੋਲੇ ਜਾਣੇ ਸਭ ਸੋਏ। ਬਾਣੀ ਉਚਾਰਨ ਕਰਨ ਦੇ ਤਰੀਕੇ ਸੀ, ਕੋਈ ਕਾਰਨ ਸੀ ਤਾਂ ਬਾਣੀ ਉਚਾਰਨ ਕੀਤੀ। ਕਿਸੇ ਦਾ ਭਲਾ ਕਰਨਾ ਸੀ ਤਾਂ ਬਾਣੀ ਉਚਾਰਨ ਕੀਤੀ। ਕੋਈ ਜਗ੍ਹਾ ਦਾ ਭਾਗ ਜਾਗਿਆ ਸੀ, ਜਿੱਥੈ ਜਾਏ ਬਖੈ ਮੇਰਾ ਸਤਿਗੁਰੂ, ਸੋ ਥਾਨ ਸੁਖਾਵਾ ਰਾਮ ਰਾਜੇ। ਗੁਰ ਸਿੱਖੀ ਸੋ ਥਾਨ ਭਾਲਿਆ, ਉਹ ਜਗ੍ਹਾ ਲੱਭ ਲਈ, ਸੋ ਥਾਨ ਭਾਲਿਆ। ਸਾਧ ਸੰਗਤ ਕਹਿਣ ਤੋਂ ਭਾਵ ਕਿਸੇ ਭੂਤ ਪ੍ਰੇਤ ਦਾ ਭਲਾ ਕਰਨਾ ਸੀ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ। ਗਾਵਤੇ ਉਧਰੇ ਸੁਣਤੇ ਉਧਰੇ, ਬਿਨਸੇ ਪਾਪ ਕਨੇਰੇ। ਪਸ਼ੂ ਪ੍ਰੇਤ ਮੁਕਤ ਕੋ ਤਾਰੇ। ਹੁਣ ਆਪਾਂ ਪਾਠ ਕਰਨ ਆਏ ਹਾਂ, ਕਿਸੇ ਕਾਰਨ ਵਾਸਤੇ ਆਏ ਹਾਂ, ਪਰਿਵਾਰ ਦੇ ਭਲੇ ਵਾਸਤੇ, ਸੁਖ ਸ਼ਾਂਤੀ ਵਾਸਤੇ। ਜੇ ਤੁਸੀਂ ਸੁਖੀ ਵਸਦੇ ਹੋ ਫਿਰ ਕਿੱਥੇ ਰੱਬ ਨੂੰ ਚੇਤੇ ਕਰਦੇ ਹੋ, ਜਾਂਦੇ ਹੋ ਮੱਥਾ ਟੇਕ ਕੇ ਮੁੜੇ ਆਉਂਦੇ ਹੋ। ਜਦੋਂ ਕੋਈ ਦੁੱਖ ਤਕਲੀਫ ਹੁੰਦਾ, ਨੰਗੇ ਪੈਰੀਂ ਯਾਤਰਾ ਕਰਦੇ ਹੋ। ਆ ਦੇਵੀ ਦੀ ਯਾਤਰਾ ਲੰਘੀ ਹੈ ਨਾ ਹੁਣ, ਨੈਣਾ ਦੇਵੀ ਦੀ, ਲੋਕੀਆਂ ਖੜੇ ਹੋ ਗਏ, ਐਂ ਪੈ ਗਿਆ, ਇੱਥੇ ਖੜਾ ਹੋ ਗਿਆ, ਇੱਥੇ ਪੈ ਗਿਆ। ਡੰਡੌਤਾਂ ਕਰਦੇ ਨੈਣਾ ਦੇਵੀ 'ਤੇ ਜਾਂਦੇ ਨੇ ਸਾਧ ਸੰਗਤ। ਜਦੋਂ ਕਿਸੇ ਨੂੰ ਪ੍ਰੋਬਲਮ ਹੁੰਦੀ ਜਾਂ ਪ੍ਰੋਬਲਮ ਸੋਲਵ ਹੁੰਦੀ, ਇੱਦਾਂ ਜਾਂਦੇ ਨੇ ਲੋਕ। ਕਹਿਣ ਤੋਂ ਭਾਵ ਕੋਈ ਕਾਰਨ ਬਣਿਆ ਤਾਂ ਬਾਣੀ ਉਚਾਰਨ ਕੀਤੀ। ਹੁਣ ਗੁਰੂ ਅੰਗਦ ਦੇਵ ਜੀ ਨੇ ਉਹ ਸਾਰੀ ਬਾਣੀ ਇਕੱਠੀ ਕੀਤੀ, ਜਿੱਥੇ ਜਿੱਥੇ ਗੁਰੂ ਨਾਨਕ ਦੇਵ ਨੇ ਉਚਾਰਨ ਕੀਤੀ ਸੀ। ਫਿਰ ਗੁਰੂ ਅੰਗਦ ਨੇ ਜਿੱਥੇ ਜਿੱਥੇ ਉਚਾਰਨ ਕੀਤੀ ਸੀ, ਗੁਰੂ ਅਮਰਦਾਸ ਨੂੰ ਦੇ ਦਿੱਤੀ। ਗੁਰੂ ਅਮਰਦਾਸ ਜੀ ਨੇ ਉਹ ਸਾਰੀ ਦੀ ਸਾਰੀ ਬਾਣੀ ਆਪ ਦੇ ਪੁੱਤਰ ਬਾਬਾ ਮੋਹਨ ਜੀ ਦੇ ਪਾਸ ਰੱਖ ਦਿੱਤੀ। ਉਹ ਬ੍ਰਹਮ ਗਿਆਨੀ ਸੀ। ਸਾਧ ਸੰਗਤ ਜੀ, ਇੱਥੋਂ ਅੱਗੇ ਵਿਚਾਰ ਜ਼ਿਆਦਾ ਲੰਮੇਰੀ ਹੋ ਜਾਣੀ ਹੈ, ਜੋ ਕਿ ਆਪਾਂ ਹਰ ਰੋਜ਼ 1 ਘੰਟਾ ਕਥਾ ਕਰਦੇ ਹਾਂ। 1 ਘੰਟਾ ਹੋਣ 'ਚ ਕੇਵਲ 2 ਜਾਂ 3 ਮਿੰਟ ਬਾਕੀ ਹਨ। ਸੱਚੇ ਪਾਤਸ਼ਾਹ ਕਿਰਪਾ ਕਰਨ, ਆਪਾਂ ਕੱਲ੍ਹ ਨੂੰ ਵੀ ਇੱਥੋਂ ਹੀ ਅੱਗੇ ਪ੍ਰਾਰੰਭ ਕਰਨੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕਿਹਨੂੰ ਕਹਿੰਦੇ ਹਨ, ਪਹਿਲਾ ਪ੍ਰਕਾਸ਼ ਦਿਖਾੜਾ ਕਿਹਨੂੰ ਕਹਿੰਦੇ ਹਨ, ਗੁਰਤਾ ਗੁਰਗੱਦੀ ਦਿਖਾੜਾ ਕਿਹਨੂੰ ਕਹਿੰਦੇ ਹਨ, ਇਹਦੀ ਵਿਚਾਰ ਆਪਾਂ ਅੱਗੇ ਕਰਾਂਗੇ ਜੀ। ਬੋਲਦਿਆਂ ਤੋਂ, ਵਿਚਾਰਾਂ ਕਰਦਿਆਂ ਤੋਂ ਅਨੇਕਾਂ ਹੋਈਆਂ ਗਲਤੀਆਂ ਬਖਸ਼ਣ ਦੀ ਕਿਰਪਾਲਤਾ ਕਰਿਓ। ਅੱਜ ਹੋ ਸਕਦਾ ਕਿਸੇ ਤਕਨੀਕੀ ਕਾਰਨ ਕਰਕੇ ਇਹ ਹਜੇ ਲਾਈਵ ਨਹੀਂ ਚੱਲੀ, ਆ ਥੋੜ੍ਹੇ ਸਮੇਂ ਤੱਕ ਅਪਲੋਡ ਕਰ ਦਿਆਂਗੇ। ਜਿਹੜੀਆਂ ਸੰਗਤਾਂ ਨੇ ਨਹੀਂ ਲਾਹਾ ਲਿਆ ਉਦੋਂ ਲੈ ਲੈਣਗੇ ਭਾਈ। ਸੋ ਇੱਥੇ ਹੁਣ ਅੱਜ ਦੇ ਪਹਿਲੇ ਦੀਵਾਨ ਦੀ ਸਮਾਪਤੀ ਹੈ। ਦੇਵੋ ਅਸੀਸ, ਬੁਲਾਓ ਫਤਿਹ ਆਖੋ। ਵਾਹਿਗੁਰੂ ਜੀ ਕਾ ਖਾਲਸਾ।